ਨਮਸਕਾਰ ਡੀ ਜਲੰਧਰ ਦੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਡਾਕਟਰ ਪੂਜਾ ਕਪੂਰ ਅੱਜ ਦੀ ਹੈਲੋ ਡਾਕਟਰ ਦੀ ਲੜੀ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਦਰਸ਼ਕੋ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਹੈਲੋ ਡਾਕਟਰ। ਔਰ ਜਿੱਦਾਂ ਤੁਸੀਂ ਜਾਣਦੇ ਆ ਇਸ ਪ੍ਰੋਗਰਾਮ ਵਿੱਚ ਹਰ ਹਫਤੇ ਅਸੀਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ ਸ਼ਹਿਰ ਦੇ ਸਪੈਸ਼ਲਿਸਟ ਅਤੇ ਮਲਟੀ ਸਪੈਸ਼ਲਿਸਟ ਡਾਕਟਰਸ ਨੂੰ। ਜੀ ਹਾਂ ਦਰਸ਼ਕੋ, ਅੱਜ ਅਸੀਂ ਗੱਲਬਾਤ ਕਰਾਂਗੇ, ਅਸੀਂ ਚਰਚਾ ਕਰਾਂਗੇ ਲੀਵਰ ਦੀ ਬਿਮਾਰੀਆਂ ਅਤੇ ਰੋਕਥਾਮ ਅਤੇ ਇਲਾਜ ਬਾਰੇ, ਜਿਹਦੇ ਲਈ ਅੱਜ ਅਸੀਂ ਸਪੈਸ਼ਲੀ ਡੀਐਮ ਗੈਸਟਰੋਐਂਟਰੋਲੋਜਿਸਟ ਡਾਕਟਰ ਅਮਿਤ ਸਿੰਘਲ ਸਾਡੇ ਸਟੂਡੀਓ ਵਿੱਚ ਬੁਲਵਾਏ ਨੇ। ਡਾਕਟਰ ਸਿੰਘਲ, ਤੁਹਾਡਾ ਸਾਡੇ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਸਾਹਿਬ ਧੰਨਵਾਦ ਜੀ। ਸਾਰੇ ਡੀਡੀ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦਾ ਹਾਂ। ਜੀ ਦਰਸ਼ਕੋ, ਜਿੱਦਾਂ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਬਸ ਸਾਡੇ ਨਾਲ ਜੁੜੇ ਰਹਿਣਾ ਹੈ। ਚਲੋ ਦਰਸ਼ਕੋ, ਅੱਜ ਦਾ ਅਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਤੇ ਜਾਣਦੇ ਹਾਂ ਕਿ ਲੀਵਰ ਕਿਸ ਤਰੀਕੇ ਦਾ ਆਰਗਨ ਹੈ, ਉਹਦਾ ਕੀ ਰੋਲ ਹੁੰਦਾ ਹੈ ਸਾਡੀ ਬਾਡੀ ਵਿੱਚ, ਕਿੱਦਾਂ ਦੀਆਂ ਬਿਮਾਰੀਆਂ ਲੀਵਰ ਨੂੰ ਜਕੜ ਸਕਦੀਆਂ ਨੇ, ਕਿੰਨੀਆਂ ਜਾਨਲੇਵਾ ਹੁੰਦੀਆਂ ਨੇ, ਉਹਦੇ ਤੋਂ ਅਸੀਂ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਹਾਂ, ਕਿੱਦਾਂ ਦੀ ਡਾਈਟ ਲਿੱਤੀ ਜਾਏ। ਤੇ ਚਲੋ ਅੱਜ ਦਾ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਡਾਕਟਰ ਅਮਿਤ ਸਿੰਘਲ ਜੀ ਦੇ ਨਾਲ, ਜਿਹੜੇ ਕਿ ਡੀਐਮ ਗੈਸਟਰੋਐਂਟਰੋਲੋਜਿਸਟ ਨੇ। ਡਾਕਟਰ ਸਾਹਿਬ, ਲੀਵਰ ਕਿਸ ਤਰੀਕੇ ਦਾ ਆਰਗਨ ਹੈ ਔਰ ਇਹਦਾ ਸਾਡੇ ਬਾਡੀ ਵਿੱਚ ਕੀ ਰੋਲ ਹੁੰਦਾ ਹੈ? ਲੀਵਰ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ ਜੀ। ਲੀਵਰ ਤੋਂ ਬਿਨਾ ਸਾਡੇ ਸਰੀਰ ਦਾ ਚੱਲਣਾ ਇੰਪੋਸੀਬਲ ਹੈ ਜੀ। ਇਹਦੇ ਇੰਨੇ ਜ਼ਿਆਦਾ ਫੰਕਸ਼ਨਸ ਨੇ ਸਾਡੇ ਸਰੀਰ ਦੇ ਵਿੱਚ ਕਿ ਇਹਦੀ ਹੁਣ ਤੱਕ ਕੋਈ ਵੀ ਰਿਪਲੇਸਮੈਂਟ ਨਹੀਂ ਬਣ ਸਕੀ। ਗੁਰਦੇ ਖਰਾਬ ਹੋ ਜਾਣ, ਡਾਇਲਿਸਿਸ ਤੇ ਮਰੀਜ਼ ਨੂੰ ਪਾਇਆ ਜਾ ਸਕਦਾ ਹੈ ਜੀ। ਹਾਰਟ ਖਰਾਬ ਹੋ ਜੇ, ਹਾਰਟ ਲੰਗ ਮਸ਼ੀਨਸ ਆਉਂਦੀਆਂ ਨੇ, ਹਾਰਟ ਟ੍ਰਾਂਸਪਲਾਂਟ ਹੋ ਜਾਂਦਾ ਹੈ। ਲੰਗਸ ਖਰਾਬ ਹੋ ਜਾਣ, ਵੈਂਟੀਲੇਟਰ ਤੇ ਪਾਇਆ ਜਾ ਸਕਦਾ ਹੈ ਜੀ। ਪੇਟ ਕੰਮ ਨਹੀਂ ਕਰ ਰਿਹਾ, ਆਪਾਂ ਗਲੂਕੋਜ਼ ਤੇ ਮਰੀਜ਼ ਦਾ ਕੰਮ ਚਲਾ ਸਕਦੇ ਹਾਂ। ਬੰਦਾ ਬ੍ਰੇਨ ਡੈਡ ਹੋ ਜਾਵੇ, ਕਈ ਸਾਲ ਕਈ ਮਹੀਨੇ ਚੱਲਦਾ ਰਹਿੰਦਾ ਹੈ ਜੀ। ਪਰ ਲੀਵਰ ਤੋਂ ਬਿਨਾਂ ਇੱਕ ਦਿਨ ਨਹੀਂ ਚੱਲ ਸਕਦਾ। ਉਹਦਾ ਮੇਨ ਰੀਜ਼ਨ ਇਹੀ ਹੈ ਕਿ ਇਹਦੇ ਨੰਬਰ ਆਫ ਫੰਕਸ਼ਨਸ ਇੰਨੇ ਕੁ ਜ਼ਿਆਦਾ ਨੇ ਕਿ ਉਹਨਾਂ ਤੋਂ ਸਾਰਿਆਂ ਨੂੰ ਇੱਕ ਮਸ਼ੀਨ ਉਸ ਨੂੰ ਕਵਰ ਕਰ ਜਾਵੇ, ਇਹ ਸੰਭਵ ਨਹੀਂ ਹੈ ਜੀ। ਡਾਕਟਰ ਸਾਹਿਬ, ਇਹਦੇ ਕੀ ਮੇਨ ਫੰਕਸ਼ਨਸ ਕੀ ਹੁੰਦੇ ਨੇ? ਇਹਦੇ ਕਈ ਸਾਰੇ ਫੰਕਸ਼ਨ ਨੇ ਜਿਨ੍ਹਾਂ 'ਚ ਕੁਝ ਖਾਸ ਜਿਹੜੇ ਕਿ ਤੁਸੀਂ ਸਮਝ ਸਕਦੇ, ਆਮ ਜਨਤਾ ਸਮਝ ਸਕਦੀ ਹੈ। ਉਹਨਾਂ 'ਚ ਜਿਵੇਂ ਇੱਕ ਹੈ ਕਿ ਸਰੀਰ ਦੇ ਵਿੱਚ ਜਿੰਨਾ ਵੀ ਬਾਹਰੋਂ ਕੋਈ ਵੀ ਚੀਜ਼ ਆਉਣੀ ਹੈ ਜੀ, ਜੇ ਖਾਣਾ ਖਾ ਰਹੇ ਹਾਂ ਉਹ ਵੀ, ਸਾਹ ਲੈ ਰਹੇ ਹਾਂ, ਹਵਾ ਲੈ ਰਹੇ ਹਾਂ ਉਹ ਵੀ, ਪਾਣੀ ਪੀ ਰਹੇ ਹਾਂ ਉਹ ਵੀ, ਇਹ ਸਾਰੀਆਂ ਚੀਜ਼ਾਂ ਪਹਿਲਾਂ ਲੀਵਰ ਦੇ ਵਿੱਚ ਫਸਟ ਸਿਕਿਉਰਿਟੀ ਚੈੱਕ ਪੁਆਇੰਟ ਹੈ ਜੀ। ਤਾਂ ਜਿਹੜਾ ਵੀ ਕੋਈ ਸਮਾਨ ਆਪਾਂ ਖਾ ਪੀ ਰਹੇ ਹਾਂ, ਹਵਾ ਜਾ ਰਹੀ ਹੈ, ਇਹ ਜਿਹਦੇ 'ਚ ਜੋ ਵੀ ਕੋਈ ਪੋਲਿਊਸ਼ਨ ਹੈ, ਗੰਦਗੀ ਹੈ, ਬਿਮਾਰੀਆਂ ਹੈ, ਲੀਵਰ ਉਸ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਦਾ ਹੈ ਜੀ। ਮਤਲਬ ਫਿਲਟਰ ਹੈ ਪੂਰੀ ਬਾਡੀ ਦਾ ਫਿਲਟਰ ਹੈ, ਸਭ ਕੁਝ ਫਿਲਟਰ ਕਰਕੇ ਸਾਫ਼ ਫਾਰਮ ਵਿੱਚ ਸਾਡੀ ਬਾਡੀ ਦੇ ਵਿੱਚ ਦੇਣਾ ਤਾਂ ਕਿ ਸਾਡੇ ਸਰੀਰ ਨੂੰ ਕੋਈ ਉਹਦਾ ਨੁਕਸਾਨ ਨਾ ਹੋਵੇ। ਇਸੇ ਕਰਕੇ ਜਿਹੜਾ ਵੀ ਕੋਈ ਨਸ਼ੇ ਲੋਕ ਲੈਂਦੇ ਨੇ ਜਾਂ ਕੋਈ ਖਾਣਾ ਭੋਜਨ ਸਵਸਥ ਨਹੀਂ ਹੁੰਦਾ ਤਾਂ ਉਹਦੇ ਵਿੱਚ ਲੀਵਰ ਕਾਫੀ ਜਲਦੀ ਖਰਾਬ ਹੁੰਦਾ ਹੈ ਜੀ। ਸੈਕਿੰਡ, ਇਹਦਾ ਕੰਮ ਹੈ ਸਾਡੇ ਸਰੀਰ ਦੇ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਬਣਾ ਕੇ ਰੱਖਣਾ। ਓਕੇ ਡਾਕਟਰ, ਸਾਡੇ ਸਕਰੀਨ ਤੇ ਇੱਕ ਫੋਟੋ ਫਲੈਸ਼ ਕੀਤੀ ਗਈ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਫੋਟੋ ਫਲੈਸ਼ ਕੀਤੀ ਗਈ ਹੈ ਜਿਹੜਾ ਲੀਵਰ ਖਰਾਬ ਹੋ ਜਾਂਦਾ ਹੈ ਤੇ ਫਿਰ ਬਾਅਦ ਚ ਲੀਵਰ ਦੇ ਵਿੱਚ ਕੈਂਸਰ ਬਣ ਜਾਂਦਾ ਹੈ। ਓਕੇ, ਤਾਂ ਇਹਦੇ ਵਿੱਚ ਪਹਿਲੀ ਫੋਟੋ ਹੈ ਉਹ ਨਾਰਮਲ ਲੀਵਰ ਦੀ ਹੈ। ਫਿਰ ਉਸ ਤੋਂ ਬਾਅਦ ਅੱਗੇ ਉਹ ਜਦੋਂ ਅੱਡ ਕਾਰਨਾਂ ਕਰਕੇ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਸੱਜੇ ਹੱਥ ਜਿਹੜੀ ਉੱਪਰ ਵਾਲੀ ਫੋਟੋ ਹੈ ਉਹ ਸਿਰੋਸਿਸ ਲੀਵਰ ਦੀ ਹੈ ਤੇ ਥੱਲੜੇ ਸੱਜੇ ਹੱਥ ਜਿਹੜੀ ਹੇਠਲੀ ਫੋਟੋ ਹੈ ਉਹ ਲੀਵਰ ਕੈਂਸਰ ਦੀ ਹੈ ਜੀ। ਤੇ ਆਪਾਂ ਹੁਣ ਅੱਗੇ ਜਾ ਕੇ ਆਪਣੇ ਪ੍ਰੋਗਰਾਮ ਵਿੱਚ ਉਹਨਾਂ ਦੇ ਬਾਰੇ ਥੋੜੀ ਡਿਟੇਲ ਵਿੱਚ ਗੱਲ ਕਰਾਂਗੇ। ਤੁਸੀਂ ਕਹਿ ਰਹੇ ਸੀ ਕਿ ਇੱਕ ਫਿਲਟਰ ਦਾ ਕੰਮ ਕਰਦਾ ਹੈ ਤੇ ਇਹਦੇ ਨਾਲ ਤੁਸੀਂ ਸ਼ੂਗਰ ਜਿਹੜੀ ਹੈ, ਸ਼ੂਗਰ ਨੂੰ ਕੰਟਰੋਲ ਰੱਖਦਾ। ਆਪਾਂ ਖਾਣਾ ਖਾਂਦੇ ਹਾਂ, ਆਪਣੇ ਜਿਵੇਂ ਘਰਾਂ 'ਚ ਇਨਵਰਟਰ ਬੈਟਰੀ ਹੁੰਦੀ ਹੈ, ਉਹ ਸਾਰਾ ਜਦੋਂ ਬਿਜਲੀ ਆਈ ਹੋਈ ਹੈ ਉਹ ਚਾਰਜ ਹੁੰਦੀ ਰਹਿੰਦੀ ਹੈ। ਜਿਵੇਂ ਬਿਜਲੀ ਗਈ ਤੇ ਉਹਨੇ ਆਪਾਂ ਨੂੰ ਪਾਵਰ ਦੇਣੀ ਸ਼ੁਰੂ ਕਰ ਦੇਣੀ ਹੈ ਤਾਂ ਕਿ ਉੱਥੇ ਆਪਣੇ ਕੰਮ ਕਰਦੇ ਨੇ ਅਪਲਾਈਐਂਸਿਸ। ਇਸੇ ਤਰ੍ਹਾਂ ਜਦੋਂ ਆਪਾਂ ਖਾਣਾ ਖਾ ਰਹੇ ਹਾਂ, ਸਾਡੇ ਸਰੀਰ 'ਚ ਐਕਸਟਰਾ ਸ਼ੂਗਰ ਹੈਗੀ ਹੈ, ਉਹ ਸਾਰਾ ਲੀਵਰ ਸਟੋਰ ਕਰ ਲੈਂਦਾ ਹੈ ਗਲਾਈਕੋਜਨ ਨਾਮ ਦੇ ਪਦਾਰਥ ਦੇ ਰੂਪ ਦੇ ਵਿੱਚ। ਪਰ ਜਿਵੇਂ ਹੀ ਅਸੀਂ ਖਾਣਾ ਖਾ ਲੈਂਦੇ ਹਾਂ, ਸ਼ੂਗਰ ਲੈਵਲ ਘਟਣੇ ਸ਼ੁਰੂ ਹੋ ਜਾਂਦੇ ਹੈ ਤਾਂ ਇਹ ਉਸ ਨੂੰ ਸ਼ੂਗਰ ਨੂੰ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਜੇ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਪੇਸ਼ੈਂਟਸ ਹਾਈਪੋਗਲਾਈਸੀਮੀਆ ਯਾਨੀ ਕਿ ਉਹਨਾਂ ਦੀ ਸ਼ੂਗਰ ਘਟਣੀ ਸ਼ੁਰੂ ਹੋ ਜਾਂਦੀ ਹੈ। ਸ਼ੂਗਰ ਕਿੰਨੀ ਕੁ ਜ਼ਰੂਰੀ ਹੈ ਸਾਡੀ ਵਰਕਿੰਗ ਲਈ, ਬਹੁਤ ਸਾਰੇ ਅਸੀਂ ਸਾਡੀ ਜੇ ਸ਼ੂਗਰ ਘਟਦੀ ਹੈ ਤਾਂ ਅਸੀਂ ਕੁਝ ਮਿੰਟ ਵੀ ਜਿੰਦਾ ਨਹੀਂ ਰਹਿ ਸਕਦੇ ਤੇ ਜੇ ਲੀਵਰ ਖਰਾਬ ਹੋਵੇ ਸਾਡੇ 'ਚੋਂ ਕੋਈ ਵੀ ਬੰਦਾ ਸਵੇਰੇ ਜਿੰਦਾ ਨਾ ਉੱਠੇ ਜੀ। ਤੇ ਜਿੱਦਾਂ ਡਾਕਟਰ ਸਾਹਿਬ ਸਾਨੂੰ ਦੱਸ ਰਹੇ ਬਹੁਤ ਡਿਟੇਲ ਵਿੱਚ ਕਿ ਇੱਕ ਫਿਲਟਰ ਹੋਣ ਦੇ ਨਾਲ ਲੀਵਰ ਜਿਹੜਾ ਹੈਗਾ ਇੱਕ ਪਾਵਰ ਸਪਲਾਈ ਵੀ ਹੈਗੀ ਸਾਡੇ ਸਰੀਰ ਦੀ, ਜਿਹੜਾ ਕਿ ਸਾਡੇ ਸਰੀਰ ਦੇ ਗਲੂਕੋਜ਼ ਨੂੰ, ਸਾਡੇ ਸਰੀਰ ਦੀ ਐਨਰਜੀ ਨੂੰ ਘੱਟ ਨਹੀਂ ਹੋਣ ਦਿੰਦਾ। ਡਾਕਟਰ ਸਾਹਿਬ, ਲੀਵਰ ਦੀ ਕਿਹੜੀ ਕਾਮਨ ਬਿਮਾਰੀਆਂ ਨੇ ਜਿਹੜੀ ਕਿ ਤੁਸੀਂ ਆਪਣੇ ਕਲੀਨਿਕ ਵਿੱਚ ਦੇਖਦੇ ਹੋ? ਦੇਖੋ, ਲੀਵਰ ਦੇ ਵਿੱਚ ਸਭ ਤੋਂ ਗੱਲ ਇੰਪੋਰਟੈਂਟ ਚੀਜ਼ ਦੋ ਹੀ ਤਰ੍ਹਾਂ ਦੀਆਂ ਬਿਮਾਰੀਆਂ ਮੇਨਲੀ ਹੁੰਦੀਆਂ ਨੇ। ਇੱਕ ਹੁੰਦਾ ਹੈ ਕਿ ਜਿਹਨੂੰ ਅਸੀਂ ਕਹਿੰਦੇ ਅਕਿਊਟ ਹੈਪੇਟਾਈਟਸ, ਕਿ ਲੀਵਰ ਜਿਹੜਾ ਹੈ ਇੱਕਦਮ ਪੇਸ਼ੈਂਟ ਦਾ ਲੀਵਰ ਸੁੱਜ ਗਿਆ, ਜੌਂਡਿਸ ਹੋ ਗਿਆ, ਤੇ ਇੱਕ ਕ੍ਰੋਨਿਕ ਹੈਪੇਟਾਈਟਸ ਲੀਵਰ ਸਿਰੋਸਿਸ ਜਿਹਦੇ ਵਿੱਚ ਕਿ ਹੌਲੀ ਹੌਲੀ
ਡੈਮੇਜ ਹੁੰਦਾ ਲੀਵਰ ਖਰਾਬ ਹੀ ਹੋ ਗਿਆ। ਓਕੇ, ਜਿਹੜੇ ਅਕਿਊਟ ਹੈਪੇਟਾਈਟਸ ਵਾਲੇ ਕਾਰਨ ਕੁਝ ਅਲੱਗ ਹੁੰਦੇ ਨੇ, ਕ੍ਰੋਨਿਕ ਬਿਮਾਰੀਆਂ ਦੇ ਅਲੱਗ ਹੁੰਦੇ ਨੇ, ਤੇ ਉਹਨਾਂ ਦੀ ਪ੍ਰੈਜੈਂਟੇਸ਼ਨ ਜਾਂ ਉਹਨਾਂ ਦੇ ਲੱਛਣ ਵੀ ਅਲੱਗ-ਅਲੱਗ ਰਹਿੰਦੇ ਨੇ। ਅਕਿਊਟ ਹੈਪੇਟਾਈਟਸ ਜਿਹੜਾ ਹੈ ਉਹ ਆਮ ਤੌਰ ਤੇ ਗੰਦੇ ਖਾਣੇ ਜਾਂ ਗੰਦੇ ਪਾਣੀ ਤੋਂ ਹੁੰਦੀ ਹੈ ਇਨਫੈਕਸ਼ਨ। ਜਿਵੇਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਇੱਕਦਮ ਪੇਸ਼ੈਂਟਸ ਆਉਣ ਲੱਗ ਜਾਂਦੇ ਆ ਜੌਂਡਿਸ ਦੇ, ਜਿਹਨੂੰ ਕਿਸੇ ਇੱਕਦਮ ਪੀਲੀਆ ਹੋ ਜਾਂਦਾ ਹੈ ਤੇ ਉਹ 3-4 ਹਫ਼ਤਿਆਂ ਦੇ ਵਿੱਚ ਠੀਕ ਵੀ ਹੋ ਜਾਂਦਾ ਹੈ। ਡਾਕਟਰ ਸਾਹਿਬ ਕਿੰਨੇ ਪ੍ਰਕਾਰ ਦਾ ਹੁੰਦਾ ਪੀਲੀਆ? ਅਕਸਰ ਕੁਝ ਲੋਕ ਕਹਿੰਦੇ ਕੋਈ ਕਾਲਾ ਪੀਲੀਆ ਹੋਇਆ ਕਿ ਰੂਟੀਨ ਪੀਲੀਆ ਹੋ ਗਿਆ, ਇਹਨਾਂ ਵਿੱਚ ਕੋਈ ਫਰਕ ਹੈ? ਬਿਲਕੁਲ ਜੀ, ਫਰਕ ਹੈ ਜੀ। ਪੀਲੀਆ ਲੀਵਰ ਦੀ ਬਿਮਾਰੀ ਦਾ ਇੱਕ ਲੱਛਣ ਹੈ ਜੀ, ਜਿਵੇਂ ਕਿ ਬੁਖਾਰ। ਜੀ, ਸਾਨੂੰ ਬੁਖਾਰ ਜੇ ਕਿਸੇ ਨੂੰ ਆਉਂਦਾ ਹੈ ਤਾਂ ਉਹ ਕਿਸੇ ਵੀ ਕਾਰਨ ਤੋਂ ਹੋ ਸਕਦਾ, ਉਹ ਵਾਇਰਲ ਬੁਖਾਰ ਹੋ ਸਕਦਾ ਹੈ, ਉਹ ਡੇਂਗੂ ਬੁਖਾਰ ਹੋ ਸਕਦਾ, ਉਹ ਮਲੇਰੀਆ ਬੁਖਾਰ ਹੋ ਸਕਦਾ, ਟਾਈਫਾਇਡ ਬੁਖਾਰ ਹੋ ਸਕਦਾ, ਉਹਦੇ ਅੱਡ-ਅੱਡ ਕਾਰਨ ਨੇ। ਇਸੇ ਤਰ੍ਹਾਂ ਪੀਲੀਆ ਹੋਣ ਦੇ ਵੀ ਅੱਡ-ਅੱਡ ਕਾਰਨ ਹੋ ਸਕਦੇ ਆ। ਜਿਵੇਂ ਮੈਂ ਦੱਸਿਆ ਕਿ ਕੋਈ ਗੰਦਾ ਖਾਣਾ ਜਾਂ ਪਾਣੀ ਪੀਤਾ ਜਾਵੇ, ਉਹਦੇ ਤੋਂ ਵਾਇਰਲ ਹੈਪੇਟਾਈਟਸ ਹੋ ਜਾਂਦਾ ਹੈ। ਓਕੇ, ਉਹ ਇੱਕ ਅਲੱਗ ਬਿਮਾਰੀ ਹੈ ਜਿਹੜੀ ਕਿ 3-4 ਹਫ਼ਤਿਆਂ ਦੇ ਵਿੱਚ ਠੀਕ ਹੋ ਜਾਂਦੀ ਹੈ। ਫਿਰ ਹੈਪੇਟਾਈਟਸ ਬੀ ਤੇ ਸੀ, ਜਿਨ੍ਹਾਂ ਨੂੰ ਕਿ ਪੰਜਾਬੀ 'ਚ ਕਾਲਾ ਪੀਲੀਆ ਕਿਹਾ ਜਾਂਦਾ ਹੈ, ਉਹ ਇੱਕ ਅਲੱਗ ਬਿਮਾਰੀ ਹੈ ਕਿ ਜਿਹਦੇ ਵਿੱਚ ਕ੍ਰੋਨਿਕ ਹੈਪੇਟਾਈਟਸ ਹੁੰਦਾ ਹੈ। ਲੀਵਰ ਹੌਲੀ ਅੰਦਰੋਂ ਅੰਦਰੀ ਘੁਣ ਵਾਂਗੂ ਖਰਾਬ ਹੋ ਜਾਂਦਾ ਹੈ ਤੇ ਡੈਮੇਜ ਹੋ ਜਾਂਦਾ ਹੈ। ਉਸ ਨੂੰ ਕਾਲਾ ਪੀਲੀਆ ਕਹਿੰਦੇ ਹੈ ਪੰਜਾਬੀ ਦੇ ਵਿੱਚ। ਡਾਕਟਰ ਸਾਹਿਬ ਜਿੱਦਾਂ ਤੁਸੀਂ ਕਿਹਾ ਐਕਿਊਟ ਵਾਇਰਲ ਹੈਪੇਟਾਈਟਸ ਹੈ ਔਰ ਇੱਕ ਕਾਲਾ ਪੀਲੀਆ ਹੈ, ਤੇ ਜਿਹੜਾ ਐਕਿਊਟ ਹੈਪੇਟਾਈਟਸ ਹੈ ਉਹ ਕਿਉਂ ਉਹਨੂੰ ਕਿਹਾ ਜਾਂਦਾ ਹੈ ਕਾਲੇ ਪੀਲੀਏ ਤੋਂ? ਉਹਦਾ ਫਰਕ ਹੈ ਕਿ ਇਹ ਠੀਕ ਹੋ ਜਾਂਦਾ ਹੈ ਔਰ ਕਾਲਾ ਪੀਲੀਆ ਨਹੀਂ ਠੀਕ ਹੋ ਸਕਦਾ? ਬਿਲਕੁਲ ਜੀ, ਇਸ ਤਰ੍ਹਾਂ ਦਾ ਨਹੀਂ ਕਹਿ ਸਕਦੇ ਕਿ ਕਾਲਾ ਪੀਲੀਆ ਠੀਕ ਨਹੀਂ ਹੋ ਸਕਦਾ। ਅੱਜ ਕੱਲ੍ਹ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਕਾਲਾ ਪੀਲੀਆ ਵੀ ਅਸੀਂ ਠੀਕ ਕਰ ਸਕਦੇ ਹਾਂ। ਉਹਦੇ ਵੀ ਦਵਾਈਆਂ ਆ ਗਈਆਂ ਨੇ, ਪਰ ਅੱਜ ਤੋਂ ਜੇ ਮੈਂ 30-40 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਸਦਾ ਨਾਮ ਕਾਲਾ ਪੀਲੀਆ ਇਸੇ ਕਰਕੇ ਦਿੱਤਾ ਗਿਆ ਸੀ, ਉਹ ਪੀਲੀਆ ਜਿਹੜਾ ਕਿ ਠੀਕ ਨਾ ਹੋਵੇ ਤੇ ਇਟ ਲੀਡਸ ਟੂ ਡੈਥ ਆਫ ਦਾ ਪੇਸ਼ੈਂਟ, ਤਾਂ ਕਰਕੇ ਉਹਦਾ ਨਾਮ ਕਾਲਾ ਪੀਲੀਆ ਹੈ, ਨਾ ਕਿ ਇਸ ਕਰਕੇ ਕਿ ਵੀ ਉਹ ਕਾਲੇ ਰੰਗ ਦਾ ਹੈ। ਸੋ ਕਾਲਾ ਮੀਨਸ ਲੀਡਿੰਗ ਟੂ ਡੈਥ, ਵੀ ਜਿਹੜਾ ਕਿ ਆਪਣੇ ਮਰੀਜ਼ ਦੀ ਡੈਥ ਵੀ ਕ੍ਰੀਏਟ ਕਰ ਸਕਦਾ ਹੈ, ਤਾਂ ਕਰਕੇ ਉਸ ਨੂੰ ਨਾਮ ਇਸ ਲਈ ਉਸ ਨੂੰ ਕਾਲਾ ਪੀਲੀਆ ਦਿੱਤਾ ਗਿਆ। ਡਾਕਟਰ ਸਾਹਿਬ ਇੱਥੇ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੀ, ਜਿੱਦਾਂ ਤੁਸੀਂ ਹੁਣ ਕਿਹਾ ਕਿ ਸਾਇੰਸ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਹੈ, ਤੇ ਕੀ ਸਾਡੇ ਕੋਲ ਅੱਜ ਦੀ ਡੇਟ ਵਿੱਚ ਕਾਲੇ ਪੀਲੀਆ ਦਾ ਇਲਾਜ ਹੈ ਔਰ ਉਹਦੇ ਤੋਂ ਪੇਸ਼ੈਂਟ ਪ੍ਰੋਪਰ ਟੋਟਲ ਕਿਉਰ ਹੋ ਸਕਦੇ? ਕਿਉਂਕਿ ਕਈ ਮਰੀਜ਼ ਅਕਸਰ ਹਸਪੀਟਲ ਵਿੱਚ ਇਹੀ ਕੁਐਸਚਨ ਪੁੱਛਦੇ। ਹਰ ਬਿਮਾਰੀ ਦੀ ਤਰ੍ਹਾਂ ਜਦੋਂ ਆਪਾਂ ਕਿਸੇ ਵੀ ਬਿਮਾਰੀ 'ਚ ਹੁੰਦਾ ਹੈ ਕਿ ਜਿਵੇਂ ਕੈਂਸਰ ਵੀ ਹੈ ਤਾਂ ਜੇ ਅਰਲੀ ਸਟੇਜ 'ਚ ਆਪਾਂ ਫੜ ਲੈਂਦੇ ਹਾਂ ਤਾਂ ਉਹ ਟੋਟਲ ਕਿਉਰ ਹੋ ਜਾਂਦਾ। ਜਦੋਂ ਐਡਵਾਂਸ ਸਟੇਜ 'ਤੇ ਪਹੁੰਚ ਜਾਂਦਾ ਹੈ, ਜ਼ਿਆਦਾ ਲੀਵਰ ਖਰਾਬ ਹੋ ਚੁੱਕਾ ਹੈ ਆਲਰੇਡੀ, ਤਾਂ ਉਹ ਸਟੇਜ 'ਤੇ ਆ ਕੇ ਆਪਾਂ ਟੋਟਲ ਕਿਉਰ ਨਹੀਂ ਕਰ ਪਾਉਂਦੇ, ਜਾਂ ਠੀਕ ਜੇ ਕਾਲਾ ਪੀਲੀਆ ਠੀਕ ਹੋ ਵੀ ਗਿਆ ਤਾਂ ਜਿਹੜਾ ਖਰਾਬ ਲੀਵਰ ਉਹ ਰਿਕਵਰ ਨਹੀਂ ਕਰ ਪਾਉਂਦਾ। ਤਾਂ ਇਸੇ ਤਰ੍ਹਾਂ ਹੈਪੇਟਾਈਟਸ ਬੀ ਤੇ ਸੀ, ਇਹ ਦੋ ਬਿਮਾਰੀਆਂ ਨੇ ਜਿਨ੍ਹਾਂ ਨੂੰ ਕਾਲੇ ਪੀਲੀਏ ਦੀ ਕੈਟੇਗਰੀ ਵਿੱਚ ਪਾਇਆ ਜਾਂਦਾ ਹੈ। ਡਾਕਟਰ ਸਾਹਿਬ ਇਹ ਹੁੰਦੀਆਂ ਕਿੱਦਾਂ ਨੇ? ਕਾਲਾ ਪੀਲੀਆ ਕਿਸ ਤਰ੍ਹਾਂ ਹੁੰਦਾ ਹੈ? ਕਾਲਾ ਪੀਲੀਆ ਜਿਹੜਾ ਹੈ ਉਹ ਇਨਫੈਕਸ਼ਨ ਹੈਗੀ ਹੈ ਜਿਹੜੀ ਕਿ ਇੱਕ ਇਨਸਾਨ ਤੋਂ ਦੂਜੇ ਇਨਸਾਨ ਦੇ ਵਿੱਚ ਜਾਂਦੀ ਹੈ, ਪਰ ਇਹ ਖੂਨ, ਇੱਕ ਬੰਦੇ ਦਾ ਖੂਨ ਨਿਕਲ ਕੇ, ਇਨਫੈਕਟਡ ਪਰਸਨ ਦਾ ਖੂਨ ਨਿਕਲ ਕੇ ਦੂਜੇ ਬੰਦੇ ਦੇ ਖੂਨ 'ਚ ਜਾਵੇ ਤਾਂ ਉਹਦੇ ਨਾਲ ਹੀ ਫੈਲਦੀ ਹੈ। ਤਾਂ ਜਿਹੜੇ ਕਾਰਨਾਂ ਕਾਰਨ ਜਿਹੜੇ ਤਰੀਕਿਆਂ ਨਾਲ HIV ਏਡਸ ਫੈਲਦਾ ਹੈ, ਉਹਨਾਂ ਤਰੀਕਿਆਂ ਨਾਲ ਹੀ ਇਹ ਬਿਮਾਰੀਆਂ ਫੈਲਦੀਆਂ ਨੇ। ਲਾਈਕ ਆਪਾਂ ਸਰਿੰਜਿਸ ਜੇ ਕੋਈ ਸ਼ੇਅਰ ਕਰਦਾ ਹੈ, ਉਹ ਕੋਈ ਪਹਿਲਾਂ ਕਿਸੇ ਮਰੀਜ਼ ਦੀ ਲੱਗੀ ਹੋਈ ਸੂਈ ਦੂਜੇ ਦੇ ਲੱਗ ਜਾਵੇ, ਜਾਂ ਨਸ਼ਾ ਕਰਨ ਵਾਲੇ ਆਪਣੀ ਸੂਈਆਂ ਸ਼ੇਅਰ ਕਰਦੇ ਹੈ। ਇਹੀ ਤਾਂ ਹੀ ਸਪੈਸ਼ਲੀ ਇਹ ਕੁਐਸਚਨ ਪੁੱਛਿਆ ਕਿਉਂਕਿ ਅੱਜ ਕੱਲ੍ਹ ਪੇਪਰ ਭਰੇ ਪਏ ਹੈ, ਰੋਜ਼ ਦੀ ਨਿਊਜ਼ ਤੋਂ ਹੀ ਸ਼ੁਰੂਆਤ ਹੁੰਦੀ ਹੈ ਕਿ ਫਲਾ ਨਸ਼ੇ ਕਰਕੇ ਉਸ ਬੱਚੇ ਦਾ ਡੈਥ ਹੋ ਗਈ, ਉਹਦੇ ਨੁਕਸਾਨ ਹੋਇਆ। ਤੇ ਡਾਕਟਰ ਸਾਹਿਬ ਅੱਜ ਇਸ ਸਟੇਜ ਤੋਂ ਤੁਸੀਂ ਕੀ ਦੇਣਾ ਚਾਹੁੰਦੇ ਇੱਕ ਮੈਸੇਜ ਸਾਡੇ ਯੂਥ ਨੂੰ ਕਿ ਇਹ ਨਸ਼ਾ ਕਰਨ ਨਾਲ ਕਿੰਨਾ ਕੁ ਉਹਨਾਂ ਦੇ ਲਿਵਰ ਨੂੰ ਨੁਕਸਾਨ ਹੋ ਸਕਦਾ ਹੈ? ਬਹੁਤ ਜ਼ਿਆਦਾ। ਜਿੱਦਾਂ ਡਾਕਟਰ ਸਾਹਿਬ ਸਾਡੇ ਟੀਵੀ ਫਲੈਸ਼ ਕੀਤਾ ਹੈ, ਇੱਕ ਸਕਰੀਨ ਤੇ ਵੀ ਇੱਕ ਬਹੁਤ ਹੀ ਅੱਛੀ ਫੋਟੋ ਫਲੈਸ਼ ਕੀਤੀ ਗਈ, ਇਹਦਾ ਕੀ ਸਿਗਨੀਫੀਕੈਂਸ ਹੈ? ਉਹੀ ਚੀਜ਼ ਇਹਨਾਂ ਨੇ ਦਿਖਾਈ ਗਈ ਹੈ ਕਿ ਦੇਖੋ ਲਿਵਰ ਦੀਆਂ 3 ਅਲੱਗ-ਅਲੱਗ ਉਹਨਾਂ ਨੇ ਸਟੇਜਿਸ ਦਿਖਾਈਆਂ ਨੇ ਕਿ ਖੱਬੇ ਹੱਥ ਬਿਲਕੁਲ ਨਾਰਮਲ ਲਿਵਰ ਹੈ, ਤੇ ਉਹ ਸੈਕੰਡ ਸਟੇਜ ਤੇ ਇੱਕ ਲਿਵਰ ਜਿਹੜਾ ਹੈ ਨਾ ਉਹ ਬਿਲਕੁਲ ਖਰਾਬ ਹੋ ਗਿਆ ਹੈ, ਉਹਦੇ 'ਚ ਗੰਢਾਂ ਪੈ ਗਈਆਂ ਨੇ, ਤੇ ਥਰਡ ਸਟੇਜ ਦੇ ਵਿੱਚ ਆ ਕੇ ਉਹਦੇ ਵਿੱਚ ਇੱਕ ਕੈਂਸਰ ਬਣ ਗਿਆ ਹੈ ਜੋ ਕਿ ਲਾ ਇਲਾਜ ਹੈ। ਤੇ ਜਿਵੇਂ ਤੁਸੀਂ ਕਿਹਾ ਨਸ਼ਾ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਲਿਵਰ ਇੱਕ ਫਸਟ ਐਂਟਰੀ ਚੈੱਕ ਪੁਆਇੰਟ ਹੈ, ਉਹ ਹਰ ਚੀਜ਼ ਨੂੰ ਆਪਣੇ, ਕੋਈ ਵੀ ਮਾੜੀ ਚੀਜ਼ ਆ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰਦੇ। ਜਿਹੜੇ ਲੋਕੀ ਡਰਿੰਕ ਕਰਦੇ, ਸ਼ਰਾਬ ਪੀਂਦੇ ਆ, ਸਭ ਤੋਂ ਜ਼ਿਆਦਾ ਉਹਨਾਂ ਦਾ ਲਿਵਰ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ। ਕਿਉਂ? ਉਹਨਾਂ ਦਾ ਲਿਵਰ ਹੀ ਕਿਉਂ ਖਰਾਬ ਹੁੰਦਾ, ਬਾਕੀਆਂ ਕਿਉਂ ਨਹੀਂ ਖਰਾਬ ਹੁੰਦੇ? ਕਿਉਂਕਿ ਉਹ ਸਾਰਾ ਬਾੜੇ ਇਫੈਕਟ ਨੂੰ ਲਿਵਰ ਆਪਣੇ ਤੇ ਲੈ ਲੈਂਦਾ ਤੇ ਉਹ ਬਾਕੀ ਸਰੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਜਦੋਂ ਐਕਸੈਸਿਵ ਅਮਾਊਂਟ ਦੇ ਵਿੱਚ ਲੋਕੀ ਲਗਾਤਾਰ ਲੈਂਦੇ ਰਹਿੰਦੇ ਤਾਂ ਹੌਲੀ ਹੌਲੀ ਲਿਵਰ ਦੀ ਵੀ ਬੱਸ ਹੋ ਜਾਂਦੀ ਹੈ। ਤਾਂ ਇਸੇ ਤਰ੍ਹਾਂ ਬਾਕੀ ਨਸ਼ਿਆਂ ਤੇ ਵੀ ਹੈ ਕਿ ਉਹਨਾਂ ਦਾ ਲਿਵਰ ਤੇ ਕਾਫੀ ਜ਼ਿਆਦਾ ਇੰਪੈਕਟ ਹੈ, ਤੇ ਉਹਨਾਂ ਨਸ਼ਿਆਂ ਦੇ ਨਾਲ ਇਹ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਵੀ ਨਾਲ ਆਉਂਦੀਆਂ ਨੇ ਤੇ ਉਸ ਲਿਵਰ ਨੂੰ ਖਰਾਬ ਕਰ ਦਿੰਦੀਆਂ ਨੇ, ਖਰਾਬ ਕਰ ਸਕਦੀਆਂ। ਤੇ ਡਾਕਟਰ ਸਾਹਿਬ ਫੈਟੀ ਲਿਵਰ ਔਰ ਸਿਰੋਸਿਸ ਇੱਕੋ ਚੀਜ਼ ਹੈ? ਨਹੀਂ ਜੀ, ਸਿਰੋਸਿਸ ਕਿਸੇ ਵੀ ਕਾਰਨ ਤੇ ਜੇ ਲਿਵਰ ਖਰਾਬ ਹੋ ਗਿਆ ਤਾਂ ਉਹ ਸਿਰੋਸਿਸ ਹੈ, ਕਿਸੇ ਵੀ ਕਾਰਨ ਤੇ। ਚਾਹੇ ਉਹ ਸ਼ਰਾਬ ਕਰਕੇ ਖਰਾਬ ਹੋ ਜਾਏ, ਚਾਹੇ ਉਹ ਕਾਲਾ ਪੀਲੀਆ ਕਰਕੇ ਖਰਾਬ ਹੋ ਜਾਏ, ਚਾਹੇ ਉਹ ਫੈਟੀ ਲਿਵਰ ਕਰਕੇ ਖਰਾਬ ਹੋ ਜਾਏ, ਜਾਂ ਕਿਸੇ ਹੋਰ ਕਾਰਨ ਕਰਕੇ ਹੋ ਜਾਏ, ਤਾਂ ਉਹ ਇੱਕ ਖਰਾਬ ਲਿਵਰ ਦਾ ਐਂਡ ਪੁਆਇੰਟ ਹੈ। ਜਦੋਂ ਲਿਵਰ ਇੰਨਾ ਖਰਾਬ ਹੋ ਜਾਏ ਕਿ ਉਹਨੂੰ
ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ, ਉਹਨੂੰ ਸਿਰੋਸਿਸ ਕਹਿੰਦੇ ਆ। ਜੀ ਤੇ ਡਾਕਟਰ ਸਾਹਿਬ ਫੈਟੀ ਲਿਵਰ ਕੀ ਚੀਜ਼ ਹੈ? Fatty ਕਈ liver- ਵਾਰੀ ਅਕਸਰ ਅਸੀਂ ਦੇਖਿਆ ਸੀ ਕਿਸੇ ਹੋਰ ਕਾਰਨ ਤੋਂ ਸਕੈਨਿੰਗ ਕਰਾਉਂਦੇ ਜੀ। ਆ, ਪੇਸ਼ੈਂਟ ਬਿਲਕੁਲ ਪਤਲਾ ਦੁਬਲਾ ਹੈ, ਜੀ। ਸਿਰਫ ਪੇਸ਼ੈਂਟ ਕਿਸੇ ਹੋਰ ਕਾਰਨ ਕਰਕੇ ਜੀ। ਆਇਆ ਹੈ ਤੇ ਉਹਦੇ ਵਿੱਚ ਉਹਦੀ ਲਿਵਰ ਦੀ ਰਿਪੋਰਟ ਵਿੱਚ ਫੈਟੀ Fatty ਲਿਵਰ liver ਆ ਜਾਏ, ਦਿਖਾਉਂਦੇ, ਪੇਸ਼ੈਂਟ ਬਿਲਕੁਲ ਫਿਟ ਹੈ, ਐਕਸਰਸਾਈਜ਼ ਕਰ ਰਿਹਾ ਹੈ ਜਾਂ ਜੋ ਜੀ। ਵੀ ਪਤਲਾ ਦੁਬਲਾ, ਤੇ ਡਾਕਟਰ ਸਾਹਿਬ ਇਹ ਕਿਸ ਤਰੀਕੇ ਦੀ ਬਿਮਾਰੀ ਹੈ? ਅਕਸਰ ਹਰ ਸਕੈਨ ਵਿੱਚ ਹੀ ਫੈਟੀ ਲਿਵਰ ਪਿਆ ਹੁੰਦਾ ਹੈ। ਜੀ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਫੈਟੀ ਲਿਵਰ ਜਿਹੜਾ ਹੈ ਅੱਜ ਕੱਲ੍ਹ ਬਹੁਤ ਕਾਮਨ ਹੈ। ਜੀ ਜੇ 100 ਲੋਕ ਆਪਣਾ ਅਲਟਰਾਸਾਊਂਡ ਕਰਾਉਂਦੇ ਤਾਂ 30-40 ਨੂੰ ਜਾਂ 50% ਨੂੰ ਵੀ ਫੈਟੀ ਲਿਵਰ ਮਿਲਦਾ ਹੈ। ਡਾਕਟਰ ਸਾਹਿਬ ਸਾਡੇ ਸਕਰੀਨ ਤੇ ਵੀ ਫਲੈਸ਼ ਕੀਤਾ ਗਿਆ ਹੈ, ਮੈਨੂੰ ਲੱਗਦਾ ਹੈ ਜਿਹੜੇ ਗਲੋਬਿਊਲਸ ਦਿਖਾਏ ਗਏ ਹੈ ਸ਼ਾਇਦ। ਇਹ ਮਾਈਕਰੋਸਕੋਪ ਦੀ ਪਿਕਚਰ ਹੈ ਜੀ। ਉੱਪਰ ਵਾਲੀ ਪਿਕਚਰ ਦੇ ਵਿੱਚ ਨਾਰਮਲ ਲਿਵਰ ਹੈ ਤੇ ਉਹਦੇ ਵਿੱਚ ਉਹਦਾ ਮਾਈਕਰੋਸਕੋਪ ਤੇ ਲਿਵਰ ਕਿਹੋ ਜਿਹਾ ਨਜ਼ਰ ਆਉਂਦਾ ਹੈ, ਤੇ ਹੇਠਲੀ ਪਿਕਚਰ ਦੇ ਵਿੱਚ ਫੈਟੀ ਲਿਵਰ ਹੈ ਜਿਹੜਾ ਕਿ ਥੋੜਾ ਸਾਈਜ਼ ਵੱਧ ਗਿਆ ਹੈ ਤੇ ਉਹਦੇ ਵਿੱਚ ਫੈਟ ਗਲੋਬਿਊਲਸ ਨਜ਼ਰ ਆ ਰਹੇ। ਮਤਲਬ ਡਾਕਟਰ ਸਾਹਿਬ ਇਹ ਇੱਕ ਨਾਰਮਲ ਇਨਸਾਨ ਜਿਹੜਾ ਕਿ ਮੈਂ ਕਹਿ ਰਹੀ ਹਾਂ ਇੱਕ ਪਤਲਾ ਦੁਬਲਾ ਇਨਸਾਨ ਦੇ ਸਕੈਨਿੰਗ ਵਿੱਚ ਵੀ ਫੈਟੀ ਲਿਵਰ ਜੇ ਆ ਸਕਦਾ ਹੈ, ਤੇ ਜਿਹੜੇ ਬੰਦੇ ਇੰਨਾ ਜ਼ਿਆਦਾ ਫਾਸਟ ਫੂਡ ਖਾ ਰਹੇ ਹੈ, ਘਿਓ ਤੇਲ ਇੰਨਾ ਖਾ ਰਹੇ, ਉਹਨਾਂ ਦੇ ਲਿਵਰ ਦਾ ਕੀ ਹਾਲ ਹੋਏਗਾ? ਉਹਨਾਂ ਤੋਂ ਵੀ ਮਾੜਾ ਹੁੰਦਾ ਜੀ। ਫੈਟੀ ਲਿਵਰ ਜਿਵੇਂ ਨਾਮ ਹੀ ਦੱਸ ਰਿਹਾ ਕਿ ਫੈਟ ਇਨ ਦਾ ਲਿਵਰ, ਲਿਵਰ 'ਚ ਐਕਸਟਰਾ ਫੈਟ ਹੈ। ਤਾਂ ਜਿਵੇਂ ਸਾਡੇ ਜੇ ਸਰੀਰ 'ਚ ਐਕਸਟਰਾ ਫੈਟ ਹੈ ਉਹ ਕਿਤੇ ਵੀ ਜਮ੍ਹਾਂ ਹੋ ਸਕਦਾ, ਤਾਂ ਉਵੇਂ ਉਹ ਲਿਵਰ 'ਚ ਵੀ ਜਮ੍ਹਾਂ ਹੁੰਦਾ ਹੈ। ਕਿਉਂਕਿ ਫੈਟ ਕੀ ਹੈ? ਫੈਟ ਐਕਚੁਅਲੀ ਸਾਡਾ ਇੱਕ એનર્ਜੀ ਸਟੋਰ ਹਾਊਸ ਹੈ ਕਿ ਜੇ ਸਾਡਾ ਸਰੀਰ ਫੈਟ ਕਿਉਂ ਬਣਾਉਂਦਾ ਹੈ? ਜਿਹੜਾ ਐਕਸਟਰਾ ਫੂਡ ਹੁੰਦਾ ਹੈ, ਜਿਹੜਾ ਜਿਹਦੀ ਸਾਨੂੰ ਲੋੜ ਨਹੀਂ, ਉਹ ਫੈਟ ਦੇ ਰੂਪ 'ਚ ਸਟੋਰ ਕਰ ਲੈਂਦਾ ਹੈ ਤਾਂ ਕਿ ਜੇ ਕਦੇ ਲੋੜ ਪਏਗੀ ਉਹਨੂੰ ਵਰਤਿਆ ਜਾ ਸਕੇ। ਅਸੀਂ ਜਦੋਂ ਆਦੀ ਮਾਨਵ ਦੇ ਜ਼ਮਾਨੇ ਦੇ ਵਿੱਚ ਜਿਵੇਂ ਅਸੀਂ ਇਵੋਲਵ ਹੋਏ, ਉਦੋਂ ਫੀਸਟ ਐਂਡ ਫਾਸਟ ਫਿਨੋਮੀਨਾ ਹੁੰਦਾ ਸੀ ਕਿ ਸਾਨੂੰ ਖਾਣਾ ਮਿਲ ਗਿਆ ਆਦਮ ਨੂੰ ਤਾਂ ਉਹਨੇ ਖਾਣਾ ਖਾ ਲੈਣਾ, ਉਸ ਤੋਂ ਬਾਅਦ ਹੋ ਸਕਦਾ 4-5 ਦਿਨ ਖਾਣਾ ਨਾ ਮਿਲੇ ਤੇ ਉਹ ਫਾਸਟਿੰਗ ਰਹਿ ਜਾਵੇ, ਜਿਹੜਾ ਕਿ ਅੱਜ ਉਹ ਸੀਨ ਨਹੀਂ ਹੈ। ਤਾਂ ਉਦੋਂ ਸਰੀਰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਜੋ ਐਕਸਟਰਾ ਖਾਣਾ ਹੋਏਗਾ ਜਾਂ ਐਕਸਟਰਾ ਫੂਡ ਹੋਏਗਾ, ਐਕਸਟਰਾ ਕੈਲੋਰੀਜ਼ ਹੋਣਗੀਆਂ, ਉਹ ਫੈਟ ਦੇ ਰੂਪ 'ਚ ਜਮ੍ਹਾਂ ਹੋਣਗੀਆਂ। ਹੁਣ ਆਪਾਂ ਰੋਜ਼ ਇੰਨਾ ਖਾਂਦੇ ਹਾਂ ਕਿ ਰੋਜ਼ ਫੈਟ ਦੇ ਰੂਪ 'ਚ ਜਮ੍ਹਾਂ ਹੁੰਦਾ। ਬਿਲਕੁਲ, ਅਸੀਂ ਹਰ 2 ਘੰਟੇ ਬਾਅਦ ਕੁਝ ਨਾ ਕੁਝ ਖਾ ਰਹੇ ਹਾਂ, ਤਾਂ ਉਹ ਫੈਟ ਇਕੱਠਾ ਹੋ ਰਿਹਾ, ਉਹ ਲਿਵਰ 'ਚ ਵੀ ਇਕੱਠਾ ਹੋ ਰਿਹਾ ਹੈ। ਤੇ ਜਿੰਨਾ ਜ਼ਿਆਦਾ ਬੰਦਾ ਮੋਟਾ ਹੈ, ਜਿੰਨਾ ਉਹਦਾ ਐਕਸਟਰਾ ਫੈਟ ਹੈ, ਉਨਾ ਹੀ ਫੈਟੀ ਲਿਵਰ ਜ਼ਿਆਦਾ ਹੁੰਦਾ ਹੈ। ਦੁਬਲੇ ਆਦਮੀਆਂ 'ਚ ਵੀ ਚਾਹੇ ਉਹ ਵੈਸੇ ਫਿਟ ਨੇ, ਪਰ ਉਹਨਾਂ ਦੇ ਵਿੱਚ ਜੇ ਆਪਣੇ ਇੰਡੀਅਨਸ ਦੇ ਵਿੱਚ ਕੀ ਟੈਂਡੈਂਸੀ ਹੈ, ਸੈਂਟਰਲ ਓਬੈਸਿਟੀ ਕਹਿੰਦੇ ਆ ਵੀ ਢਿੱਡ ਬਾਹਰ ਆਇਆ ਹੁੰਦਾ ਹੈਗਾ, ਪੇਟ ਜਿਹੜਾ ਹੈ ਉਹ ਬਾਹਰ ਆਇਆ ਹੁੰਦਾ, ਉਹਦੇ ਕਰਕੇ ਫੈਟ ਆ ਜਾਂਦਾ ਲਿਵਰ ਦੇ ਵਿੱਚ। ਜਾਂ ਅਲਕੋਹਲ ਪੀਣ ਨਾਲ, ਜੇ ਬੰਦਾ ਵੈਸੇ ਫਿਟ ਹੈ ਬਟ ਅਲਕੋਹਲ ਲੈਂਦਾ ਹੈ, ਉਹਦੇ ਨਾਲ ਵੀ ਫੈਟੀ ਲਿਵਰ ਹੋ ਜਾਂਦਾ। ਡਾਕਟਰ ਸਾਹਿਬ ਫੈਟੀ ਲਿਵਰ ਹੋਣ ਬਸ ਇਹ ਇੱਕ ਐਂਟੀਟੀ ਹੈ ਸਕੈਨਿੰਗ ਵਿੱਚ ਆਈ ਹੈ ਕਿ ਇਹਦੇ ਕੋਈ ਸਾਈਡ ਇਫੈਕਟਸ ਵੀ ਹੋ ਸਕਦੇ ਆ ਕਿ ਇਹ ਨੁਕਸਾਨ ਦੇ ਸਕਦਾ ਹੈ ਬਾਡੀ ਨੂੰ? ਬਿਲਕੁਲ ਦਿੰਦਾ ਜੀ। ਫੈਟੀ ਲਿਵਰ ਅੱਜ ਦੀ ਡੇਟ 'ਚ ਜਿਵੇਂ ਪਹਿਲਾਂ ਨੰਬਰ 1 ਬਿਮਾਰੀ ਜਿਹਦੇ ਕਰਕੇ ਲਿਵਰ ਖਰਾਬ ਅਸੀਂ ਦੇਖਦੇ ਹਾਂ ਐਜ਼ ਏ ਲਿਵਰ ਸਪੈਸ਼ਲਿਸਟ, ਤਾਂ ਸਭ ਤੋਂ ਜ਼ਿਆਦਾ ਪੰਜਾਬ 'ਚ ਲਿਵਰ ਖਰਾਬੀ ਦੇ ਕਾਰਨ ਹੈ ਸ਼ਰਾਬ। ਨੰਬਰ 2 ਤੇ ਪਹਿਲਾਂ ਸੀਗਾ ਕਾਲਾ ਪੀਲੀਆ। ਪਰ ਸਰਕਾਰ ਦੇ ਉਪਰਾਲੇ ਨਾਲ, ਡਾਕਟਰਾਂ ਦੇ ਉਪਰਾਲੇ ਨਾਲ ਸਾਰਾ ਯੂਨੀਵਰਸਲ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ, ਸਰਕਾਰੀ ਹਸਪਤਾਲਾਂ 'ਚ ਇਲਾਜ ਫ੍ਰੀ ਹੋਣ ਲੱਗ ਗਿਆ, ਤਾਂ ਕਾਲਾ ਪੀਲੀਆ ਕਾਫੀ ਹੱਦ ਤੱਕ ਘਟ ਗਿਆ। ਹੁਣ ਨੰਬਰ 2 ਤੇ ਆ ਗਿਆ ਫੈਟੀ ਲਿਵਰ, ਕਿ ਫੈਟੀ ਲਿਵਰ ਹੋਣ ਕਰਕੇ ਲਿਵਰ ਖਰਾਬ ਹੋ ਜਾਣਾ। ਤਾਂ ਜਿਨ੍ਹਾਂ ਦਾ ਲਿਵਰ ਫੈਟੀ ਹੁੰਦਾ ਹੈ ਤੇ ਉਹਦਾ ਇਸ ਬਾਰੇ ਕੋਈ ਧਿਆਨ ਨਹੀਂ ਦਿੰਦੇ, ਆਪਣੀ ਡਾਈਟ ਐਕਸਰਸਾਈਜ਼ ਕਰਕੇ ਕੋਈ ਫੈਟ ਘਟਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਣੇ ਖਾਣ ਪਾਣ ਦਾ ਖਿਆਲ ਨਹੀਂ ਰੱਖਦੇ, ਉਹਨਾਂ ਦਾ ਫੈਟੀ ਲਿਵਰ ਹੌਲੀ ਡੈਮੇਜ ਕਰਦਾ ਲਿਵਰ ਸਿਰੋਸਿਸ, ਜਿਹੜਾ ਕਿ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਲਿਵਰ ਇਰਰਿਵਰਸੀਬਲ ਡੈਮੇਜ ਵਾਲੀ ਸਟੇਜ ਤੇ ਪਹੁੰਚ ਜਾਂਦਾ ਹੈ ਤੇ ਉਹਨਾਂ ਨੂੰ ਬਹੁਤ ਪ੍ਰੋਬਲਮ ਹੈ। ਫੈਟੀ ਲਿਵਰ ਦੇ ਕੁਝ ਸਟੇजेस ਵੀ ਹੁੰਦੇ, ਕਿੱਥੇ ਜਾ ਕੇ ਉਹ ਨੁਕਸਾਨ ਦੇਣਾ ਸ਼ੁਰੂ ਹੋ ਜਾਂਦਾ ਹੈ? ਦੇਖੋ ਜੀ, ਨੁਕਸਾਨ ਦੇਣਾ ਉਹ ਪਹਿਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਇਹ ਨਹੀਂ ਹੈ ਕਿ ਉਹ ਉਹਦੇ ਲੱਛਣ ਜਿਹੜੇ ਆਉਂਦੇ ਨੇ ਉਹ ਕਾਫੀ ਲੇਟ ਸਟੇਜ ਤੇ ਆਉਂਦੇ ਨੇ, 5-7 ਸਾਲ ਬਾਅਦ, 10 ਸਾਲ ਬਾਅਦ, ਜਾਂ ਕਈਆਂ ਦੇ 20 ਸਾਲ ਬਾਅਦ ਆਉਂਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਪਹਿਲਾਂ ਖਰਾਬ ਨਹੀਂ ਸੀ ਕਰ ਰਿਹਾ, ਕਿਉਂਕਿ ਉਹ ਲਿਵਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਪੈਸਿਟੀ ਹੈ ਡੈਮੇਜ ਨੂੰ ਸਹਿਣ ਦੀ, ਚਾਹੇ ਉਹ ਕਿਸੇ ਵੀ ਕਾਰਨ ਤੋਂ ਹੈ। ਬਹੁਤ ਜਲਦੀ ਸਿੰਪਟਮਸ ਨਿਕਲ ਕੇ ਨਹੀਂ ਆਉਂਦੇ। ਅਸੀਂ ਆਮ ਤੌਰ ਤੇ ਮਰੀਜ਼ਾਂ ਨੂੰ ਕਹਿੰਦੇ ਜਦੋਂ ਤੱਕ 70-80% ਤੁਹਾਡਾ ਲਿਵਰ ਡੈਮੇਜ ਨਹੀਂ ਹੋ ਜਾਂਦਾ, ਉਹ ਲੱਛਣ ਨਹੀਂ ਦਿੰਦਾ, ਪਰ ਜਦੋਂ ਉਹ ਲੱਛਣ ਦੇਣੇ ਸ਼ੁਰੂ ਕਰਦਾ ਹੈ ਉਦੋਂ ਕਾਫੀ ਸਟੇਜ ਹੋ ਚੁੱਕੀ ਹੁੰਦੀ ਹੈ। ਡਾਕਟਰ ਸਾਹਿਬ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੀ, ਸਪੋਜ਼ 30-40% ਫੈਟੀ ਲਿਵਰ ਤੇ ਪੇਸ਼ੈਂਟ ਨੂੰ ਕਿਸੇ ਕਾਰਨਵਸ਼ ਪਤਾ ਚੱਲ ਗਿਆ, ਜੇ ਉਹ ਆਪਣਾ ਲਾਈਫ ਸਟਾਈਲ ਚੇਂਜ ਕਰਦਾ ਹੈ, ਡਾਈਟ ਚੇਂਜ ਕਰਦਾ ਹੈ, ਐਕਸਰਸਾਈਜ਼ ਸ਼ੁਰੂ ਕਰਦਾ ਹੈ, ਫੈਟ ਘਟਾਉਂਦਾ ਹੈ, ਡਾਈਟ ਘਟਾਉਂਦਾ ਹੈ, ਤੇ ਕੀ ਇਹ ਰਿਵਰਸਿਬਲ ਹੈ? 100% ਜੀ। ਫੈਟ ਨਿਕਲ ਗਿਆ ਸਰੀਰ ਚੋਂ, ਤੁਸੀਂ ਫੈਟ ਘਟਾ ਲਿਆ, ਆਪਣਾ ਵਜ਼ਨ ਘਟਾ ਲਿਆ ਤੇ ਫੈਟ ਗਾਇਬ ਹੋ ਗਿਆ, ਲਿਵਰ ਠੀਕ ਹੋ ਗਿਆ, ਤੇ ਲਿਵਰ ਫਿਰ ਤੋਂ ਹੈਲਦੀ ਹੋ ਸਕਦਾ ਹੈ। ਲਿਵਰ ਦੀ ਰੀਜਨਰੇਸ਼ਨ ਕੈਪੈਸਿਟੀ ਬਾਡੀ ਦੇ ਸਾਰੇ ਇੰਟਰਨਲ ਆਰਗਨਸ 'ਚ ਸਭ ਤੋਂ ਜ਼ਿਆਦਾ ਹੈ। ਓਕੇ ਜੇ ਆਪਾਂ ਲਿਵਰ ਦਾ ਧਿਆਨ ਰੱਖਾਂਗੇ ਉਹ ਸਾਡਾ ਡਬਲ ਧਿਆਨ ਰੱਖਦਾ ਹੈ। ਬਿਲਕੁਲ ਜੀ, ਬਿਲਕੁਲ। ਡਾਕਟਰ ਸਾਹਿਬ ਲਿਵਰ ਦੀ ਪ੍ਰੋਬਲਮ ਦੇ ਸ਼ੁਰੂਆਤੀ ਸਿੰਪਟਮਸ ਕੀ ਹੁੰਦੇ ਨੇ? ਲਿਵਰ ਇਜ਼ ਅ ਨੋਨ ਕੰਪਲੇਨਿੰਗ ਆਰਗਨ। ਕਿੱਦਾਂ ਪਤਾ ਚੱਲੇ ਡਾਕਟਰ ਸਾਹਿਬ, ਅਲਾਰਮਿੰਗ ਸਾਈਨ ਕਿਹੜੇ ਨੇ? ਜੀ, ਤਾਂ ਉਹੀ ਮੈਂ ਦੱਸਿਆ ਕਿ ਲਿਵਰ ਇਜ਼ ਅ ਨੋਨ ਕੰਪਲੇਨਿੰਗ ਆਰਗਨ। ਇਹ ਛੇਤੀ ਕੰਪਲੇਨ ਨਹੀਂ ਕਰਦਾ, ਇਹ ਆਪਣੇ ਕੋਈ ਲੱਛਣ ਨਹੀਂ ਦਿੰਦਾ। ਲੋਕਾਂ ਦੇ ਬਹੁਤ ਲਿਵਰ ਖਰਾਬ ਹੋਏ ਹੁੰਦੇ, ਉਹ ਕਹਿੰਦੇ ਡਾਕਟਰ ਸਾਹਿਬ ਮੈਨੂੰ ਤਕਲੀਫ ਤਾਂ ਕੋਈ ਹੈ ਹੀ ਨਹੀਂ ਜੀ,
ਸੋ ਇਹ ਸਭ ਤੋਂ ਵੱਡੀ ਐਡਵਾਂਟੇਜ ਵੀ ਹੈ ਤੇ ਡਿਸਐਡਵਾਂਟੇਜ ਵੀ ਹੈ, ਜਿਹਦੇ ਕਰਕੇ ਲੋਕਾਂ ਦੇ ਲਿਵਰ ਬਹੁਤ ਖਰਾਬ ਹੋ ਜਾਂਦੇ ਨੇ ਤੇ ਉਹ ਇਸ ਨੂੰ ਲਾਈਟਲੀ ਲੈਂਦੇ ਰਹਿੰਦੇ। ਲੋਕੀ ਸਾਡੇ ਕੋਲ ਆਉਂਦੇ ਨੇ ਕਿ ਜੀ ਉਹ ਸ਼ਰਾਬ, ਫੈਮਿਲੀ ਮੈਂਬਰ ਦੱਸਦੇ ਕਿ ਜੀ ਸ਼ਰਾਬ ਬਹੁਤ ਪੀਂਦਾ, ਕਹਿੰਦੇ ਡਾਕਟਰ ਸਾਹਿਬ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਖਾਂਦਾ ਪੀਂਦਾ, ਦੇਖੋ ਮੈਨੂੰ ਭੁੱਖ ਵਧੀਆ ਲੱਗਦੀ, ਮੈਨੂੰ ਕੀ ਹੋਇਆ। ਬਟ ਜਦੋਂ ਅਸੀਂ ਟੈਸਟ ਕਰਦੇ ਹਾਂ ਪਤਾ ਲੱਗਦਾ ਲਿਵਰ ਦਾ 50% ਗਿਆ ਹੋਇਆ, 60% ਗਿਆ ਹੋਇਆ। ਸੋ ਇਹ ਸ਼ੁਰੂਆਤੀ ਲੱਛਣ ਹੈ ਨਹੀਂ। ਮੈਂ ਇਹੀ ਗੱਲ ਕਹਿਣਾ ਚਾਹਾਂਗਾ, ਸਾਰੇ ਦਰਸ਼ਕਾਂ ਨੂੰ ਇਹੀ ਦੱਸਣਾ ਚਾਹਾਂਗਾ ਕਿ ਲਿਵਰ ਦੀ ਬਿਮਾਰੀ ਦੇ ਕੋਈ ਸ਼ੁਰੂਆਤੀ ਲੱਛਣ ਹੁੰਦੇ ਹੀ ਨਹੀਂ ਹੈ ਜੀ। ਤੇ ਬੜੇ ਵੇਗ ਜਿਹੇ ਲੱਛਣ ਹੁੰਦੇ ਆ ਜਿਹੜੇ ਕਿ ਕਈ ਵਾਰ ਕਈਆਂ ਨੂੰ ਆਉਂਦੇ ਆ, ਕਈਆਂ ਨੂੰ ਨਹੀਂ ਆਉਂਦੇ। ਭੁੱਖ ਘੱਟ ਲੱਗਣਾ, ਥੋੜ੍ਹੀ ਸਰੀਰਕ ਵੀਕਨੈਸ ਫੀਲ ਹੋਣਾ, ਇਹ ਬੜੇ ਵੇਗ ਨੇ ਜਿਹੜੇ ਕਿ ਕਈ ਬਿਮਾਰੀਆਂ 'ਚ ਹੋ ਸਕਦੇ ਨੇ। ਤੇ ਉਹ ਲਿਵਰ ਕਰਕੇ ਹੀ ਹੈ, ਇਹ ਕਹਿਣਾ ਬੜਾ ਮੁਸ਼ਕਿਲ ਹੁੰਦਾ। ਪਰ ਜੇ ਤੁਹਾਡੇ ਲਾਈਫ ਸਟਾਈਲ 'ਚ ਕੋਈ ਪ੍ਰੋਬਲਮ ਹੈ, ਕੋਈ ਨਸ਼ਾ ਕਰਦਾ, ਕੋਈ ਡਰਿੰਕ ਕਰਦਾ, ਮੋਟਾਪਾ ਹੈਗਾ, ਤਾਂ ਉਹਨੂੰ ਲਿਵਰ ਦੀ ਬਿਮਾਰੀ ਹੋਣ ਦਾ ਬਹੁਤ ਜ਼ਿਆਦਾ ਰਿਸਕ ਹੈ ਤੇ ਉਹਨਾਂ ਨੂੰ ਆਪਣੀ ਉਸ ਪ੍ਰੋਬਲਮਸ ਨੂੰ ਦੂਰ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਲਿਵਰ ਬਚਿਆ ਰਹੇ। ਜੀ ਡਾਕਟਰ ਸਾਹਿਬ, ਲਿਵਰ ਫ੍ਰੈਂਡਲੀ ਡਾਈਟ ਕਿਹੜੀ ਹੁੰਦੀ ਹੈ? ਕਿੱਦਾਂ ਦੀ ਡਾਈਟ ਲਿੱਤੀ ਜਾਵੇ ਕਿ ਇਹ ਜਿਹੜਾ ਫੈਟੀ ਲਿਵਰ ਅੱਜਕੱਲ ਮੈਨੂੰ ਲੱਗਦਾ ਇੱਕ ਬਹੁਤ ਵੱਡੀ ਬਿਮਾਰੀ ਬਣ ਕੇ ਉੱਭਰ ਰਿਹਾ ਹੈ, ਉਸ ਤੋਂ ਆਪਾਂ ਕਿੱਦਾਂ ਬਚਾ ਸਕਦੇ? ਦੇਖੋ, ਡਾਈਟ ਦੇ ਵਿੱਚ ਹੈਲਦੀ ਡਾਈਟ ਲੈਣਾ ਜੀ ਸਭ ਤੋਂ ਇੰਪੋਰਟੈਂਟ ਪ੍ਰੋਬਲਮ ਆ ਗਈ ਅੱਜ ਦੇ ਡੇਟ ਦੇ ਵਿੱਚ। ਜੰਕ ਫੂਡ ਜੀ, ਜ਼ੋਮੈਟੋ, ਸਵਿਗੀ, ਜਿਹਦਾ ਘਰੇ ਖਾਣ ਨੂੰ ਸ਼ਾਮ ਨੂੰ ਕਿਸੇ ਦਾ ਖਾਣਾ ਬਣਾਉਣ ਨੂੰ ਜੀ ਨਹੀਂ ਕਰਦਾ, ਉਹ ਕਹਿੰਦੇ ਜ਼ੋਮੈਟੋ ਤੋਂ ਮੰਗਾ ਲਓ ਜੀ। ਬਿਲਕੁਲ ਠੀਕ ਹੈ। ਬੱਚੇ ਜਿਹੜਾ ਹੈ ਆਪਣਾ ਫਾਸਟ ਫੂਡ ਖਾ ਕੇ ਹੀ ਖੁਸ਼ ਨੇ, ਉਹਨਾਂ ਨੂੰ 버ਗਰ, ਪੀਜ਼ਾ, ਨੂਡਲਸ ਤੋਂ ਇਲਾਵਾ ਕੁਛ ਨਹੀਂ ਚਾਹੀਦਾ। ਮਾਂ ਦੀ ਰੋਟੀ ਉਹਨਾਂ ਨੂੰ ਸਵਾਦ ਲੱਗਣੀ ਹਟ ਗਈ। ਤਾਂ ਇਹ ਖਾਣਾ ਹੈ ਜਿਹੜਾ ਕਿ ਫੈਟ ਨੂੰ ਵਧਾ ਰਿਹਾ ਹੈ। ਇਹਨਾਂ ਨੂੰ ਜੰਕ ਫੂਡ ਕਿਉਂ ਕਹਿੰਦੇ? ਜੰਕ ਦਾ ਲਿਟਰਲ ਮੀਨਿੰਗ ਕੀ ਹੈ? ਕੂੜਾ। ਬਿਲਕੁਲ ਠੀਕ ਹੈ। ਤਾਂ ਇਹ ਕੂੜਾ ਫੂਡ ਹੈ ਜਿਹਦਾ ਸਰੀਰ ਨੂੰ ਕੋਈ ਫਾਇਦਾ ਹੀ ਨਹੀਂ ਹੈ। ਇਹ ਨੁਕਸਾਨ ਕਰ ਰਿਹਾ ਹੈ, ਸਾਡੇ ਸਰੀਰ ਨੂੰ ਖਰਾਬ ਕਰ ਰਿਹਾ ਹੈ, ਲਿਵਰ ਨੂੰ ਖਰਾਬ ਕਰ ਰਿਹਾ ਹੈ। ਤਾਂ ਇਹਦੇ ਲਈ ਆਪਾਂ ਨੂੰ ਇਹੀ ਚਾਹੀਦਾ ਹੈ ਕਿ ਅਸੀਂ ਜੰਕ ਫੂਡ ਤੋਂ ਬਚੀਏ। ਹੈਲਦੀ ਫੂਡ ਜੋ ਸਾਡੇ ਨਾਨੇ ਨਾਨੀ, ਦਾਦਾ ਦਾਦੀ ਖਾਂਦੇ ਸੀਗੇ, ਘਰ ਦਾ ਖਾਣਾ, ਰੋਟੀ, ਸਬਜ਼ੀ, ਫਲ, ਫਰੂਟਸ, ਇਹ ਸਾਰੇ, ਦੁੱਧ, ਦਹੀਂ, ਇਹ ਸਾਰੀਆਂ ਚੀਜ਼ਾਂ ਲਿੱਤੀਆਂ ਜਾਣ ਜੀ। ਡਾਈਟ ਦੇ ਵਿੱਚ ਮਿੱਠੇ ਦੀ ਤੇ ਘਿਓ ਤੇਲ ਦੀ ਮਾਤਰਾ ਬਹੁਤ ਘੱਟ ਹੋਵੇ ਜੀ। ਸ਼ੂਗਰ, ਕਾਰਬੋਹਾਈਡਰੇਟਸ, ਫੈਟਸ, ਇਹਨਾਂ ਦੀ ਮਾਤਰਾ ਘੱਟ ਹੋਵੇ। ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ ਜੀ। ਤੇ ਨਾਲ ਆਪਾਂ ਐਕਸਰਸਾਈਜ਼ ਕਰੀਏ, ਰਾਈਟ, ਫਿਜ਼ੀਕਲ ਐਕਟੀਵਿਟੀ ਕਰੀਏ। ਬੱਚਿਆਂ ਨੂੰ ਕਿਸੇ ਨਾ ਕਿਸੇ ਗੇਮ 'ਚ ਲਾਈਏ, ਖੇਡਣ ਨੂੰ ਲਾਈਏ। ਅੱਜ ਕੱਲ੍ਹ ਬੱਚੇ ਵੀਡੀਓ ਗੇਮ ਤੇ ਆਪਣਾ ਟੀਵੀ, ਮੋਬਾਈਲ, ਲੈਪਟਾਪ, ਸਕਰੀਨ ਟਾਈਮ ਜਿਹਨੂੰ ਕਹਿ ਦਿੰਦੇ ਹਾਂ, ਕਿ ਉਹਦੇ ਤੇ ਲੱਗੇ ਰਹਿੰਦੇ ਆ। ਉਹਨਾਂ ਨੂੰ ਖੇਡਣ ਦਾ ਉਹਨਾਂ ਦਾ ਮਤਲਬ ਹੈ ਕਿ ਸਾਨੂੰ ਵੀਡੀਓ ਗੇਮਸ ਖੇਡਣੀਆਂ ਜੀ। ਉਹਨਾਂ ਦਾ ਬਿਲਕੁਲ ਚਿੱਤ ਨਹੀਂ ਹੁੰਦਾ ਕਿ ਅਸੀਂ, ਜਾਂ ਜਿਵੇਂ ਅਸੀਂ ਛੋਟੇ ਹੁੰਦੇ ਵੀ ਸਾਡਾ ਇਹ ਹੁੰਦਾ ਸੀ ਵੀ ਅਸੀਂ ਘਰੋਂ ਭੱਜ ਜਾਈਏ। ਬਿਲਕੁਲ। ਤੇ ਉਹਨੂੰ ਸਾਡੀਆਂ ਮਾਵਾਂ ਨੂੰ ਸਾਨੂੰ ਖਿੱਚ ਕਰਨਾ ਵੀ ਹੁਣ ਤਾਂ ਘਰ ਆ ਜਾ। ਹੁਣ ਕਰੋਨਾ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਘਟ ਗਈ ਹੈ ਬੱਚਿਆਂ ਦੀ। ਅੱਜ ਕੱਲ੍ਹ ਦੀਆਂ ਮਾਵਾਂ ਧੱਕੇ ਮਾਰਦੀਆਂ ਵੀ ਭਾਈ ਬਾਹਰ ਤਾਂ ਚਲਾ ਜਾ। ਬਿਲਕੁਲ ਸਹੀ ਗੱਲ ਹੈ ਡਾਕਟਰ ਸਾਹਿਬ। ਤਾਂ ਇਹ ਉਲਟਾ ਹੋ ਗਿਆ ਕੰਮ। ਡਾਕਟਰ ਸਾਹਿਬ, ਕੋਈ ਵੈਕਸੀਨ ਸਾਡੇ ਕੋਲ ਹੈਗੀ ਹੈ ਜਿਹਦੇ ਤੋਂ ਅਸੀਂ ਲਿਵਰ ਦਾ ਪ੍ਰੋਟੈਕਸ਼ਨ ਕਰ ਸਕਦੇ ਹਾਂ? ਕਿਉਂਕਿ ਅੱਜ ਕੱਲ੍ਹ ਹਰ ਬਿਮਾਰੀ ਦੀ ਵੈਕਸੀਨ ਅਵੇਲੇਬਲ ਹੈਗੀ ਹੈ। ਦੇਖੋ, ਜੋ ਬਿਮਾਰੀ ਕਿਸੇ ਇਨਫੈਕਸ਼ਨ ਦੁਆਰਾ ਹੋ ਰਹੀ ਹੈ ਉਹਦੀ ਹੀ ਵੈਕਸੀਨ ਹੋ ਸਕਦੀ ਹੈ। ਜਿਹੜੀ ਲਾਈਫ ਸਟਾਈਲ ਜਾਂ ਨਸ਼ਿਆਂ ਕਰਕੇ, ਜੇ ਕੋਈ ਮੰਨ ਲਓ ਕੋਈ ਸ਼ਰਾਬ ਪੀਣ ਕਰਕੇ ਇਹਦਾ ਲਿਵਰ ਖਰਾਬ ਹੋ ਰਿਹਾ, ਉਹਦੀ ਕੋਈ ਵੈਕਸੀਨ ਸੰਭਵ ਹੀ ਨਹੀਂ ਹੈ। ਜਾਂ ਜਿਹੜਾ ਕੋਈ ਫੈਟੀ ਲਿਵਰ ਕਰਕੇ ਲਿਵਰ ਖਰਾਬ ਹੋ ਰਿਹਾ, ਉਹਦੀ ਕੋਈ ਵੈਕਸੀਨ ਸੰਭਵ ਨਹੀਂ ਹੈ। ਹਾਂ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਜਿਹੜੀਆਂ ਇਹ ਬਿਮਾਰੀਆਂ ਨੇ, ਕਾਲਾ ਪੀਲੀਆ ਜਿਹਨੂੰ ਆਪਾਂ ਕਹਿ ਰਹੇ ਹਾਂ, ਇਹਦੇ ਵਿੱਚੋਂ ਹੈਪੇਟਾਈਟਸ ਬੀ ਲਈ ਵੈਕਸੀਨ ਅਵੇਲੇਬਲ ਹੈ। ਦੋਵਾਂ ਚੋਂ ਸੀ ਲਈ ਨਹੀਂ ਹੈ ਵੈਕਸੀਨ, ਬੀ ਲਈ ਵੈਕਸੀਨ ਅਵੇਲੇਬਲ ਹੈ ਤੇ ਬੜੀ ਇਫੈਕਟਿਵ ਵੈਕਸੀਨ ਹੈ, ਜਿਹੜੀ ਕਿ ਅੱਜ ਕੱਲ੍ਹ ਯੂਨੀਵਰਸਲ ਇਮਿਊਨੇਸ਼ਨ ਪ੍ਰੋਗਰਾਮ ਦੇ ਤਹਿਤ ਸਾਰੇ ਬੱਚਿਆਂ ਨੂੰ, ਸਾਰੀਆਂ ਪ੍ਰੈਗਨੈਂਟ ਲੇਡੀਜ਼ ਨੂੰ ਵੀ ਲਗਾਈ ਜਾ ਰਹੀ ਹੈ, ਫ੍ਰੀ ਆਫ ਕਾਸਟ ਗਵਰਨਮੈਂਟ ਦੁਆਰਾ ਵੀ। ਜੀ ਜੀ। ਤੇ ਡਾਕਟਰ ਸਾਹਿਬ, ਇੱਕ ਸਿਰੋਸਿਸ ਦੇ ਬਾਰੇ ਥੋੜਾ ਜਿਹਾ ਡਿਟੇਲ ਵਿੱਚ ਗੱਲ ਕਰਨਾ ਚਾਹੂੰਗੀ ਕਿ ਸਿਰੋਸਿਸ, ਜੇ ਸਪੋਜ਼ ਇੱਕ ਸਕੈਨ ਵਿੱਚ ਸਿਰੋਸਿਸ ਨਾਮ ਲਿਖਿਆ ਗਿਆ, ਇਹਦਾ ਮਤਲਬ ਕਿ ਪੇਸ਼ੈਂਟ ਉੱਥੇ ਹੀ ਘਬਰਾ ਜਾਂਦਾ ਹੈ ਕਿ ਬਸ ਹੁਣ ਨਹੀਂ ਮੈਂ ਬਚਣਾ, ਹੁਣ ਨਹੀਂ ਮੈਂ ਬਚੂੰਗਾ। ਉਹਦਾ ਪਹਿਲਾ ਕੁਐਸਚਨ ਹੁੰਦਾ ਡਾਕਟਰ ਸਾਹਿਬ, ਹੁਣ ਮੇਰੇ ਪੇਟ 'ਚ ਪਾਣੀ ਭਰ ਜਾਏਗਾ, ਹੁਣ ਮੈਂ ਬਸ, ਮੇਰੇ ਦਿਨ ਕਿੰਨੇ ਰਹਿ ਗਏ। ਡਾਕਟਰ ਸਾਹਿਬ, ਸਿਰੋਸਿਸ ਕੀ ਰਿਵਰਸੀਬਲ ਹੈ? ਕਿਸ ਹੱਦ ਤੱਕ ਰਿਵਰਸੀਬਲ ਹੁੰਦਾ ਹੈ? ਇਹਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ? ਬਿਲਕੁਲ ਠੀਕ ਗੱਲ ਹੈ। ਦੇਖੋ, ਆਈਡੀਅਲੀ ਵੈਸੇ ਜੋ ਸਾਨੂੰ, ਜਦੋਂ ਆਪਾਂ ਮੈਡੀਕਲ ਫੀਲਡ ਪੜ੍ਹਦੇ ਹਾਂ ਤਾਂ ਉਹਦਾ ਡੈਫੀਨੇਸ਼ਨ ਇਹ ਹੈ ਕਿ ਇਰਰਿਵਰਸੀਬਲ ਡੈਮੇਜ ਟੂ ਦਾ ਲਿਵਰ। ਸਿਰੋਸਿਸ ਦੀ ਜੋ ਡੈਫੀਨੇਸ਼ਨ ਹੁੰਦੀ ਹੈ ਕਿ ਵੀ ਜਿਹੜਾ ਠੀਕ ਨਾ ਹੋ ਸਕੇ ਉਸ ਸਟੇਜ 'ਤੇ ਜਦੋਂ ਲਿਵਰ ਆ ਜਾਵੇ ਉਹਨੂੰ ਸਿਰੋਸਿਸ ਕਹਿੰਦੇ ਆ। ਇਹ ਸਟੇਟਮੈਂਟ ਪੂਰੀ ਤਰ੍ਹਾਂ ਸਹੀ ਨਹੀਂ ਹੈ। ਇਹ ਕੁਝ ਹੱਦ ਤੱਕ ਰਿਵਰਸੀਬਲ ਹੁੰਦਾ। ਜੇ ਪੇਸ਼ੈਂਟ ਨੂੰ ਸਿਰੋਸਿਸ ਹੋ ਗਿਆ ਹੈ, ਮਰੀਜ਼ ਨੂੰ ਸਿਰੋਸਿਸ ਹੋ ਗਿਆ ਹੈ, ਤਾਂ ਉਹ ਇੱਕ ਲਿਵਰ ਦੀ ਡੈਫੀਨੇਟਲੀ ਇੱਕ ਐਡਵਾਂਸ ਸਟੇਜ ਹੈ। ਘਬਰਾਉਣ ਵਾਲੀ ਗੱਲ ਹੈਗੀ ਹੈ, ਪਰ ਘਬਰਾਉਣਾ ਇਸ ਲਈ ਹੈ ਕਿ ਅਸੀਂ ਰੈਗੂਲਰ ਉਹਦਾ ਇਲਾਜ ਕਰਾਉਣਾ ਹੈ, ਉਹਦਾ ਪ੍ਰੋਪਰ ਟਰੀਟਮੈਂਟ ਲੈਣਾ ਹੈ, ਪਰਹੇਜ਼ ਕਰਨਾ ਹੈ। ਫਿਰ ਆਪਾਂ ਇੰਨੇ ਕੁ ਠੀਕ ਹੋ ਸਕਦੇ ਹਾਂ ਕਿ ਆਪਣੀ ਨਾਰਮਲ ਲਾਈਫ ਚੱਲਦੀ ਰਹੇ, ਆਪਾਂ ਨੂੰ ਕੋਈ ਤਕਲੀਫ ਨਾ ਹੋਵੇ। ਕਈ ਮਰੀਜ਼ ਬਿਨਾਂ ਦਵਾਈ ਤੇ ਵੀ ਠੀਕ ਰਹਿੰਦੇ ਹੈ। ਪਰ ਮੈਂ ਜੇ ਕਹਾਂ ਕਿ ਵੀ ਬਿਲਕੁਲ ਲਿਵਰ ਜਿਵੇਂ ਕਿ ਇੱਕ ਬਿਨਾਂ ਨੌਜਵਾਨ ਬੰਦੇ ਦਾ ਹੈ ਜਾਂ ਇੱਕ ਬੱਚੇ ਦਾ ਹੈ ਉਹ ਜਿਹਾ ਠੀਕ ਹੋ ਜਾਏਗਾ, ਉਹ ਨਹੀਂ ਹੁੰਦਾ। ਪਰ ਜਿਵੇਂ
ਕਿ ਲੀਵਰ ਜੋ ਸਾਡਾ ਇਹੋ ਜਿਹਾ ਇੱਕ ਅੰਗ ਹੈ ਜਿਹੜਾ ਕਿ 70-80% ਖਰਾਬ ਹੋਣ 'ਤੇ ਵੀ ਮੈਂ ਤੁਹਾਨੂੰ ਦੱਸਿਆ ਕਈ ਵਾਰ ਲੱਛਣ ਹੀ ਨਹੀਂ ਦਿੰਦਾ, ਤੇ ਜੇ ਕਿਸੇ ਦਾ ਲੀਵਰ 70-80% ਖਰਾਬ ਹੋ ਗਿਆ ਤੇ 10% ਵੀ ਠੀਕ ਹੋ ਜਾਵੇ ਤਾਂ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ। 50% 60% ਲੀਵਰ ਜੇ ਖਰਾਬ ਵੀ ਰਹਿੰਦਾ ਹੈਗਾ ਉਹ ਕਈ ਵਾਰ ਤਕਲੀਫ ਕੋਈ ਨਹੀਂ ਦਿੰਦਾ, ਮਰੀਜ਼ ਦਾ ਸਾਰਾ ਕੰਮ ਆਪਣਾ ਨੋਰਮਲ ਉਹ ਲਾਈਫ ਜੀ ਰਿਹਾ ਹੈ, ਨੋਰਮਲ ਕੰਮਕਾਜ ਕਰ ਰਿਹਾ, ਨੋਰਮਲ ਖਾਣਾ ਪੀਣਾ ਖਾ ਰਿਹਾ, ਲੀਵਰ ਅੰਦਰ 50% ਖਰਾਬ ਹੈ, ਉੱਥੇ ਟਿਕਿਆ ਹੋਇਆ ਹੈ। ਤਾਂ ਇਸ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਲੀਵਰ ਸਿਰੋਸਿਸ ਹੋ ਜਾਂਦਾ ਹੈ, ਜੇ ਉਹਦਾ ਪ੍ਰੋਪਰ ਇਲਾਜ ਕੀਤਾ ਜਾਵੇ, ਟ੍ਰੀਟਮੈਂਟ ਕੀਤਾ ਜਾਵੇ ਤਾਂ ਮਰੀਜ਼ ਲੱਛਣ ਫਰੀ ਰਹਿ ਸਕਦਾ ਹੈ ਜੀ, ਤਕਲੀਫ ਫਰੀ ਰਹਿ ਸਕਦਾ ਹੈ। ਓਕੇ ਡਾਕਟਰ ਸਾਹਿਬ, ਲੀਵਰ ਫੇਲੀਅਰ ਕਿਸ ਤਰੀਕੇ ਦੀ ਬਿਮਾਰੀ ਹੈ ਔਰ ਕੀ ਇੱਕ ਵਾਰੀ ਸਿਰੋਸਿਸ ਹੋਣ ਤੋਂ ਬਾਅਦ ਉਹਦਾ ਫਿਊਚਰ ਇਹੀ ਹੈ ਕਿ ਉਹ ਮਰੀਜ਼ ਲੀਵਰ ਫੇਲੀਅਰ ਵਿੱਚ ਜਾਏਗਾ ਹੀ ਜਾਏਗਾ? ਲੀਵਰ ਫੇਲੀਅਰ ਦਾ ਮਤਲਬ ਜਿਵੇਂ ਕਿਸੇ ਵੀ ਅੰਗ ਦਾ ਫੇਲੀਅਰ ਹੈ, ਹਾਰਟ ਫੇਲੀਅਰ, ਕਿਡਨੀ ਫੇਲੀਅਰ, ਕਿ ਜਦੋਂ ਉਹ ਅੰਗ ਇੰਨਾ ਕੁ ਖਰਾਬ ਹੋ ਜਾਂਦਾ ਹੈ ਕਿ ਉਹ ਸਰੀਰ ਨੂੰ ਸਪੋਰਟ ਨਹੀਂ ਕਰ ਸਕਦਾ ਤਾਂ ਉਸ ਨੂੰ ਫੇਲੀਅਰ ਕਿਹਾ ਜਾਂਦਾ ਹੈ। ਲੀਵਰ ਫੇਲੀਅਰ ਵੀ ਟੈਂਪਰੇਰੀ ਵੀ ਹੋ ਸਕਦਾ ਹੈ, ਪਰਮਾਨੈਂਟ ਵੀ ਹੋ ਸਕਦਾ ਹੈ। ਤਾਂ ਟੈਂਪਰੇਰੀ ਲੀਵਰ ਫੇਲੀਅਰ ਜਦੋਂ ਇੱਕਦਮ ਇਨਫੈਕਸ਼ਨ ਕੋਈ ਬਹੁਤ ਜ਼ਿਆਦਾ ਵੱਧ ਗਈ, ਆਪਾਂ ਤਾਂ ਇਲਾਜ ਕੀਤਾ, ਉਹ ਘਟ ਗਈ, ਤਾਂ ਉਹ ਟੈਂਪਰੇਰੀ ਲੀਵਰ ਫੇਲੀਅਰ ਹੁੰਦੇ ਆ, ਉਹਦੇ 'ਚ ਪੇਸ਼ੈਂਟਸ ਬਚ ਜਾਂਦੇ ਹੈ। ਪਰ ਜਦੋਂ ਪਰਮਾਨੈਂਟ ਲੀਵਰ ਇੰਨਾ ਖਰਾਬ ਹੋ ਗਿਆ ਕਿ ਉਹ ਹੁਣ ਠੀਕ ਨਹੀਂ ਹੋ ਸਕਦਾ, ਫਿਰ ਉਹਦਾ ਹੱਲ ਲੀਵਰ ਟ੍ਰਾਂਸਪਲਾਂਟ ਹੀ ਰਹਿੰਦਾ ਹੈ। ਡਾਕਟਰ ਸਾਹਿਬ, ਲੀਵਰ ਟ੍ਰਾਂਸਪਲਾਂਟ ਕਿੰਨੇ ਪੇਸ਼ੈਂਟ ਵਿੱਚ ਤੁਸੀਂ ਇੰਡੀਕੇਸ਼ਨਸ ਹੁੰਦੀ ਹੈ, ਕਿੰਨਾ ਕਾਮਨਲੀ ਤੁਸੀਂ ਇੰਡੀਕੇਟ ਕਰਦੇ ਆ ਕਿ ਇਸ ਮਰੀਜ਼ ਨੂੰ ਲੀਵਰ ਟ੍ਰਾਂਸਪਲਾਂਟ ਵਿੱਚ ਜਾਣਾ ਪਏਗਾ ਔਰ ਕਿਸ ਸਟੇਜ ਤੇ ਕਰਦੇ ਆ? ਉਹ ਪੇਸ਼ੈਂਟ ਜਿਨ੍ਹਾਂ ਨੂੰ ਲੀਵਰ ਸਿਰੋਸਿਸ ਹੈ ਜੀ ਤੇ ਉਹਨਾਂ ਦੀ ਐਕਸਪੈਕਟਿਡ ਲਾਈਫ 1 ਸਾਲ ਤੋਂ ਘੱਟ ਹੈ, ਤਾਂ ਉਹਨਾਂ ਨੂੰ ਅਸੀਂ ਲੀਵਰ ਟ੍ਰਾਂਸਪਲਾਂਟ ਇੰਡੀਕੇਟ ਕਰਦੇ ਹਾਂ। ਤੇ ਲੀਵਰ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਵੱਧ ਸਕਦੀ ਹੈ? ਬਹੁਤ ਜ਼ਿਆਦਾ ਜੀ, ਉਹਨਾਂ ਦਾ ਨਵਾਂ ਲੀਵਰ ਪੈ ਗਿਆ। ਡਾਕਟਰ ਸਾਹਿਬ, ਕਿੰਨਾ ਸਕਸੈਸ ਰੇਟ ਹੈ ਲੀਵਰ ਟ੍ਰਾਂਸਪਲਾਂਟ? ਲੀਵਰ ਟ੍ਰਾਂਸਪਲਾਂਟ ਦਾ ਅੱਜ ਦੀ ਡੇਟ ਦੇ ਵਿੱਚ 95% ਸਕਸੈਸ ਰੇਟ ਹੈ ਜੀ। ਤੇ ਡਾਕਟਰ ਸਾਹਿਬ, ਇਹਦਾ ਡੋਨਰ ਵਗੈਰਾ ਕਿਸ ਤਰ੍ਹਾਂ ਮਿਲਦਾ ਹੈ? ਆਪਣੀ ਫੈਮਿਲੀ ਚੋਂ ਹੀ ਲਿੱਤਾ ਜਾਂਦਾ ਹੈ? 2 ਤਰ੍ਹਾਂ ਦੇ ਲੀਵਰ ਟ੍ਰਾਂਸਪਲਾਂਟ ਹੁੰਦੇ ਆ ਜੀ। ਇੱਕ ਹੈ ਲਾਈਵ ਡੋਨਰ ਲੀਵਰ ਟ੍ਰਾਂਸਪਲਾਂਟਸ, ਜਿਹਦੇ ਵਿੱਚ ਕਿ ਆਪਣਾ ਫੈਮਿਲੀ ਮੈਂਬਰ ਆਪਣਾ ਅੱਧਾ ਲੀਵਰ ਆਪਣੇ ਮੈਂਬਰ ਲਈ ਡੋਨੇਟ ਕਰਦਾ ਹੈ। ਇੰਡੀਆ ਦੇ ਵਿੱਚ ਮੈਕਸਿਮਮ ਨੰਬਰ ਜਿਹੜੇ ਹੈ ਉਹ ਇਹੀ ਟ੍ਰਾਂਸਪਲਾਂਟ ਹੋ ਰਹੇ ਹੈ। ਡਾਕਟਰ ਸਾਹਿਬ, ਜਿਹੜਾ ਡੋਨਰ ਬੰਦਾ ਹੈ ਉਹਦੇ ਲੀਵਰ ਦਾ ਫਿਰ ਕੀ ਹੁੰਦਾ ਹੈ? ਜੇ ਆਪਣਾ ਅੱਧਾ ਲੀਵਰ ਉਹਨੇ ਦੇ ਦਿੱਤਾ ਤੇ ਉਹ ਅੱਧੇ ਲੀਵਰ ਤੋਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਏਗਾ? ਜੀ ਜਿਵੇਂ ਮੈਂ ਦੱਸਿਆ, 2 ਗੱਲਾਂ ਤੁਹਾਨੂੰ ਆਪਣੀ ਟਾਕ 'ਚ ਆਪਾਂ ਪਹਿਲਾਂ ਡਿਸਕਸ ਕੀਤੀਆਂ ਕਿ ਪਹਿਲੀ ਗੱਲ ਤਾਂ ਸਾਨੂੰ ਆਪਣੀ ਜ਼ਿੰਦਗੀ ਚਲਾਉਣ ਲਈ 20-30% ਲੀਵਰ ਦੀ ਹੀ ਲੋੜ ਹੈ। ਤਾਂ 50% ਜੇ ਬਚਦਾ ਹੈ ਤਾਂ ਉਹਦੇ ਨਾਲ ਵਧੀਆ ਜ਼ਿੰਦਗੀ ਚੱਲਦੀ ਹੈ। ਡਾਕਟਰ ਸਾਹਿਬ, ਮੈਂ ਇਹੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਕਈ ਵਾਰ ਲੋਕਾਂ ਦੇ ਦਿਮਾਗ ਵਿੱਚ ਇਹ ਕਨਫਿਊਜ਼ਨ ਰਹਿੰਦੀ ਹੈ ਕਿ ਜੇ ਅਸੀਂ ਆਪਣਾ ਲੀਵਰ ਦੇ ਦਿੱਤਾ ਤੇ ਸਾਡੀ ਜ਼ਿੰਦਗੀ ਦਾ ਕੀ ਬਣੇਗਾ। ਤੇ ਦੂਸਰੀ ਗੱਲ ਮੈਂ ਇਹ ਵੀ ਦੱਸੀ ਕਿ ਲੀਵਰ ਦੀ ਰੀਜਨਰੇਸ਼ਨ ਪਾਵਰ ਇੰਟਰਨਲ ਆਰਗਨ ਸਭ ਤੋਂ ਜ਼ਿਆਦਾ ਹੈ। ਤਾਂ ਮਹੀਨੇ 1.5 ਮਹੀਨੇ ਦੇ ਵਿੱਚ ਹੀ ਜਿਹਨੂੰ ਦਿੱਤਾ ਹੈ ਉਹਦਾ ਵੀ ਲੀਵਰ ਗਰੋ ਕਰਕੇ ਪੂਰਾ ਹੋ ਜਾਂਦਾ ਹੈ, ਤੇ ਜਿਹਨੇ ਦਿੱਤਾ ਹੈ ਡੋਨਰ ਤੇ ਰਿਸੀਪੀਐਂਟ ਦੋਨਾਂ ਦਾ ਹੀ ਲੀਵਰ ਪੂਰਾ ਹੋ ਜਾਂਦਾ ਹੈ। ਤਾਂ ਇਟ ਇਜ਼ ਜਸਟ ਲਾਈਕ ਬਲੱਡ ਡੋਨੇਸ਼ਨ ਕਿ ਆਪਾਂ ਬਲੱਡ ਦਿੰਦੇ ਹਾਂ, ਆਪਣਾ ਬਲੱਡ ਫਿਰ ਪੂਰਾ ਹੋ ਜਾਂਦਾ ਹੈ, ਉਹ ਗਰੋ ਕਰ ਜਾਂਦਾ ਹੈ। ਇਸੇ ਤਰ੍ਹਾਂ ਲੀਵਰ ਵੀ ਗਰੋ ਕਰ ਜਾਂਦਾ ਹੈ। ਡਾਕਟਰ ਸਾਹਿਬ, ਲੀਵਰ ਟ੍ਰਾਂਸਪਲਾਂਟ ਤੋਂ ਬਾਅਦ ਉਸ ਇਨਸਾਨ ਦੀ ਇੱਕ ਨਾਰਮਲ ਲਾਈਫ ਹੁੰਦੀ ਹੈ, ਉਹਦੇ ਵਿੱਚ ਦੁਬਾਰਾ ਵੀ ਕੋਈ ਪ੍ਰੋਬਲਮਸ ਉਸ ਲੀਵਰ ਨੂੰ ਹੋ ਸਕਦੀਆਂ ਨੇ? ਜੇ ਅਸੀਂ ਦੁਬਾਰਾ ਉਹੀ ਗਲਤੀਆਂ ਕਰਨ ਲੱਗ ਜਾਂਦੇ ਹਾਂ ਜਿਹੜੀਆਂ ਕਿ ਪਹਿਲਾਂ ਕੀਤੀਆਂ ਸੀ। ਜੇ ਕਿਸੇ ਨੇ ਸ਼ਰਾਬ ਕਰਕੇ ਲੀਵਰ ਖਰਾਬ ਕੀਤਾ, ਉਹ ਦੁਬਾਰਾ ਉਹੀ ਡਰਿੰਕ ਕਰਨ ਲੱਗ ਜਾਵੇ ਤਾਂ ਫਿਰ ਲੀਵਰ ਖਰਾਬ ਹੋ ਜਾਣਾ। ਜੀ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਬਹੁਤ ਡਿਟੇਲ ਵਿੱਚ ਸਾਨੂੰ ਦੱਸਿਆ ਕਿ ਲੀਵਰ ਇੱਕ ਇੱਦਾਂ ਦਾ ਆਰਗਨ ਹੈਗਾ ਜਿਹੜੇ ਸਾਡੀ ਫੁੱਲ ਬਾਡੀ ਨੂੰ ਫੁੱਲ ਸਪੋਰਟ ਕਰਦਾ ਹੈ, ਤੇ ਜੇ ਅਸੀਂ ਥੋੜਾ ਜਿਹਾ ਵੀ ਇਹਦਾ ਧਿਆਨ ਰੱਖਾਂਗੇ ਤੇ ਇਹ ਸਾਨੂੰ ਕੰਪਲੇਂਟ ਕਰਨ ਦਾ ਮੌਕਾ ਨਹੀਂ ਦਿੰਦਾ, ਤੇ ਆਪਣੇ ਜੰਕ ਫੂਡ ਨੂੰ ਛੱਡ ਕੇ ਹੈਲਦੀ ਲਾਈਫ ਸਟਾਈਲ ਨੂੰ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ। ਹੈਲਦੀ ਗ੍ਰੀਨ ਵੈਜੀਟੇਬਲਸ ਲੈਣੇ ਚਾਹੀਦੇ, ਲਿਕੁਇਡ ਜ਼ਿਆਦਾ ਲੈਣੇ ਚਾਹੀਦੇ, ਸਟ੍ਰੈਸ ਫਰੀ ਰਹਿਣਾ ਚਾਹੀਦਾ, ਡਰੱਗਸ ਔਰ ਐਲਕੋਹਲ ਸ਼ਰਾਬ ਤੋਂ ਕੋਸੋਂ ਦੂਰ ਰਹਿਣਾ ਚਾਹੀਦਾ। ਇੱਕ ਅੱਛਾ ਖਾਣਾ ਅਸੀਂ ਜੇ ਖਾਵਾਂਗੇ ਤੇ ਇੱਕ ਅੱਛਾ ਲੀਵਰ ਸਾਡੀ ਇੱਕ ਅੱਛੀ ਜ਼ਿੰਦਗੀ ਲਈ ਬਹੁਤ ਮਦਦ ਕਰਦਾ ਹੈ। ਡਾਕਟਰ ਸਾਹਿਬ, ਟਾਈਮ ਬਹੁਤ ਜ਼ਿਆਦਾ ਘੱਟ ਰਹਿ ਗਿਆ, ਜਾਂਦੇ 2-3 ਕਾਮਨ ਕੁਐਸਚਨਸ ਪੁੱਛਣਾ ਚਾਹਾਂਗੀ। ਇਨਡਾਈਜੈਸ਼ਨ ਕਿੱਦਾਂ ਦੀ ਬਿਮਾਰੀ ਹੈ ਅੱਜ ਕੱਲ੍ਹ, ਇਹ ਬਹੁਤ ਨਿਕਲ ਕੇ ਆ ਰਹੀ ਹੈ, ਹਰ ਮਰੀਜ਼ ਕਹਿੰਦਾ ਡਾਕਟਰ ਸਾਹਿਬ ਗੈਸ ਭਰ ਗਈ ਪੇਟ 'ਚ, ਗੈਸ ਦੀ ਪ੍ਰੋਬਲਮ ਹੋ ਗਈ, ਖਾਂਦੇ ਆ ਤਾਂ ਖਾਣਾ ਇੱਥੇ ਟਕਿਆ ਰਹਿੰਦਾ, ਗੈਸ ਸਾਰਾ ਦਿਨ ਪੇਟ 'ਚ ਗੈਸ ਘੁੰਮਦੀ ਰਹਿੰਦੀ, ਉਹਦੇ ਲਈ ਕੀ ਕੀਤਾ ਜਾਏ? ਬਿਲਕੁਲ ਤੁਸੀਂ ਸਹੀ ਕਿਹਾ ਜੀ ਕਿ ਲਗਭਗ ਮੈਨੂੰ ਲੱਗਦਾ ਹਰ ਆਦਮੀ ਨੂੰ ਇਹ ਪ੍ਰੋਬਲਮ ਹੈਗੀ ਹੈ, ਤੇ ਇਹਦਾ ਵੀ ਅਗੇਨ ਕਾਮਨ ਕਾਰਨ ਇਹੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਦੀ ਬਹੁਤ ਕਮੀ ਹੋ ਗਈ ਹੈ, ਤੇ ਜੋ ਖਾਣਾ ਹੈ ਉਹ ਅਸੀਂ ਹਾਈ ਕੈਲੋਰੀ ਫੂਡ ਖਾਂਦੇ ਹਾਂ ਜਿਹਦੀ ਕਿ ਸਾਨੂੰ ਸ਼ਾਇਦ ਲੋੜ ਨਹੀਂ ਹੈ। ਮਿੱਠਾ ਘਿਓ ਆਪਣੀਆਂ ਡਾਈਟਸ ਦੇ ਵਿੱਚ ਜ਼ਿਆਦਾ ਹੈ, ਖਾਸ ਕਰ ਪੰਜਾਬੀਆਂ ਦੀ ਡਾਈਟ ਦੇ ਵਿੱਚ ਬਹੁਤ ਜ਼ਿਆਦਾ ਹੈ। ਤਾਂ ਜਦੋਂ ਅਸੀਂ ਇਸ ਤਰ੍ਹਾਂ ਦਾ ਫੂਡ ਲੈਂਦੇ ਹਾਂ ਤੇ ਐਕਸਰਸਾਈਜ਼ ਸਾਡੀ ਘੱਟ ਹੁੰਦੀ ਹੈ, ਤਾਂ ਫੂਡ ਦੀ ਡਾਈਜੈਸ਼ਨ ਪ੍ਰੋਪਰ ਨਹੀਂ ਹੋ ਪਾਉਂਦੀ, ਤੇ ਉਹਦੇ ਕਰਕੇ ਇਹ ਗੈਸ ਬਣਦੀ ਹੈ। ਦਵਾਈਆਂ ਹੈਗੀਆਂ ਹੈ ਜਿਹਦੇ ਨਾਲ ਕਿ ਅਸੀਂ ਆਪਣੀ ਇਹ ਗੈਸ ਘਟਾ ਸਕਦੇ ਹਾਂ, ਪਰ ਬੈਸਟ ਟ੍ਰੀਟਮੈਂਟ ਜੋ ਪੱਕਾ ਟ੍ਰੀਟਮੈਂਟ ਉਹੀ ਹੈ ਕਿ ਸਾਨੂੰ ਸਾਰਿਆਂ ਨੂੰ ਡੇਲੀ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਤੇ ਖਾਣਾ ਹੈਲਦੀ ਪੌਸ਼ਟਿਕ ਖਾਣਾ ਚਾਹੀਦਾ ਹੈ। ਉਹਦੇ ਵਿੱਚ ਫਲ ਸਬਜ਼ੀਆਂ ਦੀ ਮਾਤਰਾ ਜ਼ਿਆਦਾ ਹੋਵੇ ਤੇ ਮਿੱਠੇ ਦੀ ਮਾਤਰਾ ਬਹੁਤ ਘੱਟ ਹੋਵੇ। ਡਾਕਟਰ ਸਾਹਿਬ, ਆਪਣੇ ਬਿਜ਼ੀ ਸ਼ਡਿਊਲ ਤੋਂ ਟਾਈਮ ਕੱਢ ਕੇ ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਤੋਂ ਰੂਬਰੂ ਹੋਏ, ਤੁਹਾਡਾ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਸਾਰੇ ਦਰਸ਼ਕਾਂ ਦਾ ਵੀ ਬਹੁਤ ਸ਼ੁਕਰੀਆ।